ਇਸ ਪੂਰੇ ਹੜਾਂ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਸਾਕਸ਼ੀ ਉਭਰੇ। बट वो फिर भी आए, उन्होंने सेवा दी। एक्चुअली वो ਜਿਹੜੇ ਅਨਸੰਗ ਪਰਸਨਸ ਨੇ ਉਹ ਹੀਰੋਜ਼ ਨੇ। ਸਭ ਤੋਂ ਪਹਿਲੇ ਤਾਂ ਮੈਂ ਲਾਅ ਚੂਜ਼ ਕੀਤੀ ਸੀਗੀ। ਮੇਰਾ ਮਨ ਤਾਂ ਇਹ ਸੀਗਾ, ਹਾਂਜੀ ਮੇਰਾ ਮਨ ਤਾਂ ਇਹ ਸੀਗਾ ਕਿ ਮੈਂ ਲਾਇਰ ਬਣਨਾ ਹੈ। ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇੱਕ ਬਜ਼ੁਰਗ ਕਹਿੰਦਾ ਹੈ ਕਿ ਧੀਏ ਤੂੰ ਜਿਹੜਾ ਕੰਮ ਕੀਤਾ ਨਾ ਉਹ ਸਾਰੇ ਅਫਸਰਾਂ ਨੂੰ ਇਦਾਂ ਕਰਨਾ ਚਾਹੀਦਾ। ਇਹੋ ਜਿਹੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ। ਉਹ ਦੋ ਇੱਕ 올ਡ ਕਪਲ ਸੀਗਾ, ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਨਹੀਂ ਸੀਗੇ, ਉਹ ਬਾਹਰ ਪੜ੍ਹਦੇ। ਮੈਨੂੰ ਬਾਅਦ ਚ ਜਿਹੜਾ ਪਤਾ ਲੱਗਿਆ ਨਾ ਕੋਈ ਪਾਰਟੀ ਆਫਰ ਤਾਂ ਨਹੀਂ ਕਰ ਦੇਗੀ ਕਿ ਹੁਣ ਸਾਕਸ਼ੀ ਮੇਰੇ ਵੱਲੋਂ ਇਲੈਕਸ਼ਨ ਲੜੋ। ਮੇਰਾ ਇੱਕੋ ਹੀ ਪਾਸੇ ਧਿਆਨ ਹੁੰਦਾ ਹੈ ਕਿ ਲੋਕਾਂ ਤੱਕ ਮੈਂ ਹੈਲਪ ਪਹੁੰਚਾ ਸਕਾਂ। ਐਜ਼ ਏ ਫੀਮੇਲ ਤੁਹਾਡੇ ਲਈ ਕੀ ਚੁਣੌਤੀਆਂ ਸੀ ਔਰ ਖਾਸ ਤੌਰ ਤੇ ਜਿਹੜੇ ਹੜਾਂ ਦੇ ਵਿੱਚ ਫੀਮੇਲ ਫਸੀਆਂ ਹੋਈਆਂ ਸੀ? ਲੇਡੀਜ਼ ਨੂੰ ਜਿਹੜੀ ਮੈਨਸਟਰਲ ਹਾਈਜੀਨ ਤੇ ਸੈਨੀਟਰੀ ਨੈਪਕਿਨਸ ਜਾਂ ਬੱਚਿਆਂ ਲਈ ਕੋਈ ਜਿਵੇਂ ਆਪਾਂ ਡਾਈਪਰਸ ਕਰ ਰਹੇ ਸੀਗੇ, ਉਹ ਅਸੀਂ ਸਪੈਸ਼ਲੀ ਕੀਤਾ ਬਿਕੋਜ਼ ਇਹ ਸਾਡੇ ਧਿਆਨ 'ਚ ਸੀਗਾ। ਪ੍ਰੈਗਨੈਂਟ ਲੇਡੀਜ਼ ਦੇ ਕੇਸ ਆਏ ਸੀਗੇ ਜੋ ਕਿ ਇਨ ਲੇਬਰ ਆਲਰੇਡੀ ਜਾ ਚੁੱਕੀਆਂ ਸੀਗੀਆਂ ਐਂਡ ਇਹ ਮੁਮਕਿਨ ਨਹੀਂ ਸੀਗੀ ਬਿਕੋਜ਼ ਇੱਕ ਪ੍ਰੈਗਨੈਂਟ ਲੇਡੀ ਨੂੰ ਵਿੰਚ ਕਰਕੇ ਉਠਾਉਣਾ ਇਜ਼ ਨਾਟ ਪੋਸੀਬਲ। ਇੱਕ ਬੱਚਾ ਸੀਗਾ ਜਿਹੜਾ ਸ਼ਾਇਦ ਉਹਨੂੰ ਕੋਈ ਡਿਸੇਬਿਲਿਟੀ ਸੀਗੀ, ਉਹ ਵੀ ਮਿੱਟੀ ਦੇ ਬੈਗ ਜਿਹੜਾ ਸੀ ਭਰ ਰਿਹਾ ਸੀਗਾ। ਹਾਂ, ਕੋਈ ਐਨਜੀਓ ਗਿਆ ਕੋਈ ਗਿਆ, ਉਹ ਕਹਿੰਦੇ ਛੱਡੋ ਸਾਰਾ ਜ਼ਮੀਨ ਚਲੇਗੀ, ਸਭ ਕੁਝ ਪਹਿਲਾਂ ਚਾਹ ਪੀ। ਇੱਕ ਫੀਮੇਲ ਡੀਸੀ ਇੱਕ ਮੇਲ ਡੀਸੀ, ਤੁਹਾਨੂੰ ਲੱਗਦਾ ਲੋਕ ਜ਼ਿਆਦਾ ਕਨੈਕਟਡ ਕਿਸ ਦੇ ਨਾਲ ਹੁੰਦੇ ਆ ਜਾਂ ਕੌਣ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ ਜਾਂ ਤੁਹਾਨੂੰ ਇਕੁਐਲਿਟੀ ਨਜ਼ਰ ਆਉਂਦੀ? ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਕੁਝ ਹੁੰਦਾ ਹੈ ਓਨੈਸਟਲੀ ਸਪੀਕਿੰਗ। ਤੁਹਾਡੇ ਰੋਲ ਮਾਡਲ ਕੌਣ ਨੇ? ਤੁਸੀਂ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਹੋ? ਆਈ ਲੁੱਕ ਐਟ ਮਾਈ ਡਾਟਰ। ਮੇਰੀ ਇੱਕ 5 ਸਾਲ ਦੀ ਬੇਟੀ ਹੈ। ਤੁਹਾਨੂੰ ਤਾਕਤ ਕਿੱਥੋਂ ਮਿਲਦੀ ਹੈ? ਜਿਵੇਂ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ 'ਚ ਰੱਖ ਕੇ ਘਰੋਂ ਬਾਹਰ ਨਿਕਲਦਾ ਹੈ, ਕਿਸੇ ਨੇ ਆਪਣੀ ਗੱਡੀ 'ਚ ਆਰਤੀ, ਹਨੂਮਾਨ ਚਾਲੀਸਾ। ਅਕਸਰ ਪੰਜਾਬ ਦੀ ਬਿਊਰੋਕ੍ਰੇਸੀ ਬਦਨਾਮ ਹੁੰਦੀ ਹੈ ਕਿ ਉਹ ਕੰਮ ਨਹੀਂ ਕਰਦੀ, ਰਿਸ਼ਵਤ ਲੈਂਦੀ ਹੈ, ਲੇਕਿਨ ਇੱਕ ਅਜਿਹੀ ਮਹਿਲਾ ਅਫਸਰ ਜਿਸ ਨੇ ਹਰ ਕਿਸੇ ਦਾ ਦਿਲ ਜਿੱਤਿਆ, ਬਜ਼ੁਰਗਾਂ ਤੋਂ ਲੈ ਕੇ ਹਰ ਕੋਈ ਉਸ ਮਹਿਲਾ ਅਫਸਰ ਦੀ ਸਿਫਤ ਕਰ ਰਿਹਾ ਹੈ। ਅੰਮ੍ਰਿਤਸਰ ਦੇ ਮਹਿਲਾ ਡੀਸੀ ਨੇ, ਪਹਿਲੇ ਮਹਿਲਾ ਡੀਸੀ ਬਣੇ ਔਰ ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਖਰ ਸਾਕਸ਼ੀ ਸਾਨੀ ਕੌਣ ਨੇ, ਕਿੱਥੇ ਜਨਮ ਹੋਇਆ ਹੈ। ਸਾਕਸ਼ੀ ਸਾਨੀ ਏਸੀ ਦਫ਼ਤਰ ਛੱਡ ਕੇ ਕਿਵੇਂ ਹੜ੍ਹਾਂ ਦੇ ਵਿੱਚ ਗਏ ਔਰ ਸਾਕਸ਼ੀ ਸਾਨੀ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਨੇ? ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਇਹ ਦੱਸੋ ਕੀ ਹਾਲ ਨੇ ਤੁਹਾਡੇ? ਬਸ ਠੀਕ ਹੈ ਜੀ। ਹਾਂਜੀ, ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਸਾਕਸ਼ੀ ਸਾਨੀ ਕੌਣ ਹੈ। ਵਕਾਲਤ ਕਰਦੇ ਕਰਦੇ ਸਿਵਲ ਵਾਲੇ ਪਾਸੇ ਕਿਵੇਂ ਆ ਗਏ ਤੁਸੀਂ? ਐਕਚੁਅਲੀ ਸਾਡੀ ਜਿਹੜੀ ਯੂਨੀਵਰਸਿਟੀ ਹੈ ਲਾਅ ਯੂਨੀਵਰਸਿਟੀ, ਨਾਲਸਾ ਯੂਨੀਵਰਸਿਟੀ ਆਫ ਲਾਅ, ਉਹਦੇ ਵਿੱਚ ਹਰ 6 ਮਹੀਨੇ ਸਾਨੂੰ ਇੰਟਰਨਸ਼ਿਪਸ ਕਰਨੀਆਂ ਹੁੰਦੀਆਂ। ਸੋ ਮੈਂ ਹਰ ਥਾਂ ਤੇ ਇੰਟਰਨਸ਼ਿਪ ਕਰਕੇ ਦੇਖੀ, ਬਟ ਮੈਨੂੰ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਇੰਟਰਸਟ ਆਇਆ, ਅਸੀਂ 3rd ਈਅਰ ਦੇ ਵਿੱਚ ਕਨਸਟੀਟਿਊਸ਼ਨਲ ਲਾਅ ਪੜ੍ਹਦੇ ਸੀਗੇ ਤੇ ਮੈਨੂੰ ਸਭ ਤੋਂ ਜ਼ਿਆਦਾ ਇੰਟਰਸਟ ਆਇਆ ਜਾਂ ਤਾਂ ਲੀਗਲ ਏਡ, ਜਿਹੜਾ ਸਾਡਾ ਕਲੀਨਿਕ ਹੁੰਦਾ ਸੀਗਾ ਜੋ ਕਿ ਫ੍ਰੀ ਲੀਗਲ ਐਡਵਾਈਸ ਐਂਡ ਸਰਵਿਸਿਜ਼ ਦਿੰਦਾ ਸੀਗਾ, ਜੋ ਕਿ ਇੱਕ ਵਕੀਲ ਨੂੰ ਅਫੋਰਡ ਨਹੀਂ ਕਰ ਸਕਦੇ ਸੀਗੇ ਲੋਕ। ਤੇ ਅਸੀਂ ਕਾਫੀ ਉੱਥੇ ਜਿਹੜੀ ਸਵੈ ਸਮੂਹ ਜਿਹੜੇ ਗਰੁੱਪ ਹੁੰਦੇ, ਸੈਲਫ ਹੈਲਪ ਗਰੁੱਪ ਦੀ ਔਰਤਾਂ ਹੁੰਦੀਆਂ ਨੇ, ਉਹਨਾਂ ਦਾ ਮਾਈਕਰੋ ਫਾਈਨੈਂਸ ਦਾ ਉਸ ਟਾਈਮ ਤੇ ਬਹੁਤ ਇੱਕ ਇਸ਼ੂ ਚੱਲਦਾ ਸੀਗਾ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਇੰਟਰਸਟ ਜਾਂ ਕ੍ਰੈਡਿਟ ਉਹਨਾਂ ਤੋਂ ਵਾਪਸ ਦਿੱਤਾ ਜਾਂਦਾ ਸੀਗਾ। ਉਹ ਤੇ ਅਸੀਂ ਕਾਫੀ ਕੰਮ ਕੀਤਾ ਤੇ ਮੈਂ ਲੋਕਾਂ ਦੀ ਹਾਰਡਸ਼ਿਪਸ ਦੇਖੀਆਂ ਸੀਗੀਆਂ ਤੇ ਮੈਨੂੰ ਲੱਗਿਆ ਕਿ ਇਸ ਚੀਜ਼ ਦੇ ਵਿੱਚ ਮੈਨੂੰ ਸੈਟਿਸਫੈਕਸ਼ਨ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਮੈਂ ਕਿਸੇ ਦੀ ਹੈਲਪ ਕਰ ਸਕਦੀ ਹਾਂ। ਤਾਂ ਮੈਨੂੰ ਇਹ ਲੱਗਿਆ ਕਿ ਮਤਲਬ ਮੇਰੇ ਫਾਦਰ ਹਮੇਸ਼ਾ ਹਾਲਾਂਕਿ ਕਹਿੰਦੇ ਰਹਿੰਦੇ ਸੀਗੇ ਕਿ UPSC ਟਰਾਈ ਜ਼ਰੂਰ ਕਰੋ, ਬਟ ਮੇਰਾ ਉਸ ਟਾਈਮ ਤੱਕ ਤਾਂ ਕਦੀ ਮਨ ਨਹੀਂ ਸੀਗਾ। ਬਟ ਜਦੋਂ ਮੈਂ ਇਹ ਦੇਖਿਆ ਕਿ ਲੋਕਾਂ ਦੇ ਵਿੱਚ ਪੀੜਾ ਬਹੁਤ ਹੈ ਤੇ ਲੋਕ ਕੋਰਟ ਉਦੋਂ ਜਾਂਦੇ ਹੈ ਜਦੋਂ ਅੱਕ ਜਾਂਦੇ ਆ ਸਿਸਟਮ ਤੋਂ। ਸੋ ਮੈਂ ਸੋਚਿਆ ਕਿ ਮੈਂ ਇੱਕ ਪਹਿਲੇ ਪੁਆਇੰਟ ਤੇ ਆ ਕੇ ਉਹਨਾਂ ਦੀ ਮਦਦ ਕਰ ਸਕਦੀ ਹਾਂ। ਫਿਰ ਮੈਂ ਥੋੜਾ ਜਿਹਾ ਸੀਰੀਅਸਲੀ ਲੈਣਾ ਸ਼ੁਰੂ ਕੀਤਾ ਤੇ ਮੈਂ UPSC ਲਈ ਆਪਣੀ ਤਿਆਰੀ ਸ਼ੁਰੂ ਕੀਤੀ ਸੀਗੀ। ਤੁਹਾਨੂੰ ਲੱਗਦਾ ਕਿ ਜੇ ਵਕਾਲਤ ਵਾਲੇ ਪਾਸੇ ਜਾਂਦੇ, ਪ੍ਰਾਈਵੇਟ ਜਦੋਂ ਲੋਅ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਜ਼ਿਆਦਾ ਪੈਸਾ ਹੈ, ਉਸ ਦੇ ਵਿੱਚ ਜ਼ਿਆਦਾ ਜਿਹੜਾ ਉਹ ਫਿਊਚਰ ਬ੍ਰਾਈਟ ਹੁੰਦਾ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਡੀਸੀ ਦੀ ਜ਼ਿਆਦਾ ਟੋਰ ਹੈ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਟੌਰ ਦੀ ਐਕਚੁਅਲੀ ਕੋਈ ਗੱਲ ਹੈ। ਮਤਲਬ ਇਨਫੈਕਟ ਮੈਨੂੰ ਯਾਦ ਹੈ ਕਿ ਉਸ ਟਾਈਮ ਤੇ ਬੜੇ ਸਾਰੇ ਇਹੋ ਜਿਹੇ ਸ਼ੋਜ਼ ਵੀ ਚੱਲਦੇ ਸੀਗੇ। ਸੂਟਸ ਨਾਮ ਦਾ ਵੀ ਸ਼ੋਅ ਹੁੰਦਾ ਸੀਗਾ, ਆਪਾਂ ਨੂੰ ਲੱਗਦਾ ਸੀਗਾ ਵਕੀਲਾਂ ਦੀ ਬਹੁਤ ਟੌਰ ਹੁੰਦੀ ਹੈ। ਐਕਚੁਅਲੀ ਇਟਸ ਨਾਟ ਅਬਾਊਟ ਟੌਰ। ਜਦੋਂ ਆਪਾਂ ਇਟਸ ਅਬਾਊਟ ਕਿ ਤੁਹਾਨੂੰ ਸੈਟਿਸਫੈਕਸ਼ਨ ਕਿਸ ਚੀਜ਼ ਤੋਂ ਵੱਧ ਮਿਲਦੀ ਹੈ। ਇਟਸ ਅਬਾਊਟ ਕਿ ਮੈਂ ਕਿਸੇ ਦੀ ਮਦਦ ਕਰ ਪਾ ਰਹੀ ਹਾਂ, ਕਿ ਮੈਨੂੰ ਕਿਸੇ ਪੁਆਇੰਟ ਤੇ ਜਾ ਕੇ ਆਪਣੇ
ਆਪ ਨੂੰ ਛੱਡ ਕੇ ਕਿਸੇ ਹੋਰ ਦੇ ਲਈ ਮੈਂ ਕਿਸੇ ਤਰੀਕੇ ਦੀ ਮਦਦ ਜੇ ਕਰ ਪਾਵਾਂ, ਕੋਈ ਵੀ ਮੈਂ ਸੇਵਾ ਕਰ ਪਾਵਾਂ ਉਸ ਪਰਸਨ ਲਈ, ਮੈਨੂੰ ਉਸ ਦੇ ਨਾਲ ਕਿੰਨੀ ਕੁ ਸੈਟੀਸਫੈਕਸ਼ਨ ਮਿਲਦੀ ਹੈ, ਉਹ ਮੈਨੂੰ ਲੱਗਦਾ ਇਸ ਦੀ ਐਕਚੁਅਲ ਕਮਾਈ। ਸੋ ਹਰ ਇੱਕ ਦਾ ਆਪਣਾ ਹੁੰਦਾ ਹੈ ਜੀ। ਵਕਾਲਤ ਕੋਈ ਮਾੜੀ ਗੱਲ ਬਿਲਕੁਲ ਨਹੀਂ ਹੈ। ਇਨਫੈਕਟ ਇੰਨੇ ਲੋਕ ਮਤਲਬ ਕਮਾਈ ਲਈ, ਜੇ ਮਾਈ ਪੁਆਇੰਟ ਇਜ਼ ਦਿਸ ਓਨਲੀ ਕਿ ਜੇ ਆਪਾਂ UPSC ਕਰਨੀ ਹੈ ਨਾ ਤਾਂ ਆਪਾਂ ਕਮਾਈ ਨਹੀਂ ਦੇਖ ਸਕਦੇ ਇਨ ਟਰਮਸ ਆਫ ਪੈਸਾ। ਤੁਹਾਡੇ ਫਾਦਰ ਸਾਹਿਬ ਨੇ ਕਿਹਾ UPSC ਕਰੋ? ਹਾਂਜੀ, ਉਹਨਾਂ ਨੇ ਤਾਂ ਉਹ ਕਾਫੀ IRS ਸੀਗੇ, IRS ਤੋਂ ਰਿਟਾਇਰ ਹੋਏ, ਉਹਨਾਂ ਨੇ ਕਿਹਾ ਕਿ UPSC ਦੀ ਤਿਆਰੀ ਕਰੋ। ਉਹਨਾਂ ਨੇ ਕਿਹਾ ਤਾਂ ਸੀਗਾ ਬਟ ਉਸ ਟਾਈਮ ਤੇ ਮੇਰਾ ਮਨ ਨਹੀਂ ਸੀਗਾ। ਇਹ ਤਾਂ ਮੇਰਾ ਥਰੂ ਇੰਟਰਨਸ਼ਿਪ ਸੀ, ਜਿਵੇਂ ਮੈਂ ਦੱਸਿਆ ਸੀਗਾ ਮੇਰਾ ਮਨ ਬਣਿਆ ਸੀਗਾ, ਬਿਕੋਜ਼ ਮੈਂ ਪ੍ਰਾਈਵੇਟ ਲਾਅ ਫਰਮਸ ਦੇ ਵਿੱਚ ਵੀ ਕੀਤੀ, ਮੈਂ ਕਾਰਪੋਰੇਟ ਬੈਂਕਸ ਦੇ ਵਿੱਚ ਵੀ ਕੀਤੀ ਇੰਟਰਨਸ਼ਿਪ, ਮੈਂ ਕੋਰਟਸ ਦੇ ਵਿੱਚ ਵੀ ਕੀਤੀ, ਬਟ ਜਿਹੜਾ ਮੈਨੂੰ ਸਭ ਤੋਂ ਵਧੀਆ ਮੇਰਾ ਜਿਹੜਾ ਅਨੁਭਵ ਰਿਹਾ ਸੀਗਾ ਉਹ ਲੀਗਲ ਏਡ ਕਲੀਨਿਕ ਦੇ ਵਿੱਚ ਸੀਗਾ। ਤੁਹਾਡੇ ਮਦਰ ਵੀ ਪ੍ਰਿੰਸੀਪਲ ਰਹੇ ਨੇ? ਜੀ ਜੀ। ਔਰ ਤੁਸੀਂ ਦੋ ਭੈਣਾਂ ਘਰ ਦੇ ਵਿੱਚ, ਤੁਹਾਡੇ ਸਿਸਟਰ ਜਿਹੜੇ ਉਹ ਡਾਕਟਰ ਰਹੇ ਨੇ, ਉਹ ਲੰਡਨ ਚਲੇ ਗਏ ਸ਼ਾਇਦ? ਸ਼ੀ ਵਾਸ ਅ ਬੈਂਕਰ। ਹਾਂਜੀ, ਹੁਣ ਉਹ ਲੰਡਨ ਸੈਟਲਡ ਹੈਗੇ। ਹਾਂਜੀ। ਤੇ ਸਾਕਸ਼ੀ ਹੋਰਾਂ ਨੂੰ ਹਰ ਕੋਈ ਜਿਹੜਾ ਹੈ ਉਹ ਰੋਲ ਮਾਡਲ ਮੰਨ ਰਿਹਾ। ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਇੱਕ ਬਜ਼ੁਰਗ ਕਹਿੰਦਾ ਹੈ ਕਿ ਧੀਏ ਤੂੰ ਜਿਹੜਾ ਕੰਮ ਕੀਤਾ ਨਾ ਉਹ ਸਾਰੇ ਅਫਸਰਾਂ ਨੂੰ ਇਦਾਂ ਕਰਨਾ ਚਾਹੀਦਾ, ਇੱਕ DC ਇਦਾਂ ਦਾ ਹੋਣਾ ਚਾਹੀਦਾ ਜਿਵੇਂ ਹੜ੍ਹਾਂ ਦੇ ਵਿੱਚ ਸਾਕਸ਼ੀ ਹੋਰਾਂ ਨੇ ਕੀਤਾ। ਐਕਚੁਅਲੀ ਮੈਨੂੰ ਲੱਗਦਾ ਹੈ ਜੀ ਕਿ ਮੈਂ ਉਸ ਮੋਮੈਂਟ ਤੇ ਮਤਲਬ ਮੈਂ ਆਪ ਬਹੁਤ ਸੋਚਿਆ, ਮੈਂ ਬਹੁਤ ਵਿਚਾਰ ਕੀਤਾ, ਬਾਅਦ ਦੇ ਵਿੱਚ ਵੀ ਮੇਰੇ ਮਨ 'ਚ ਇਹੀ ਗੱਲ ਆਈ ਕਿ ਦੇਖੋ ਇਹ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਪਹੁੰਚ ਕੀਤੀ, ਉਹਨਾਂ ਦਾ ਪੂਰਾ ਘਰ ਜਿਹੜਾ ਸੀਗਾ ਪਾਣੀ ਨਾਲ ਘਿਰਿਆ ਹੋਇਆ ਸੀਗਾ। ਉਹ ਇੱਕ 올ਡ ਕਪਲ ਸੀਗਾ, ਉਹਨਾਂ ਦੇ ਬੱਚੇ ਵੀ ਉਹਨਾਂ ਨਾਲ ਨਹੀਂ ਸੀਗੇ, ਉਹ ਬਾਹਰ ਪੜ੍ਹਦੇ, ਮੈਨੂੰ ਬਾਅਦ 'ਚ ਜਿਹੜਾ ਪਤਾ ਲੱਗਿਆ ਉਹਨਾਂ ਤੋਂ। ਸੋ ਉਹਨਾਂ ਦੇ ਪੀੜਾ ਦੇ ਵਿੱਚ ਵੀ ਉਹਨਾਂ ਦਾ ਦਿਲ ਕਿੱਡਾ ਵੱਡਾ ਸੀਗਾ ਕਿ ਉਹਨਾਂ ਨੇ ਸਾਡੇ ਬਾਰੇ ਫਿਕਰ ਕੀਤੀ ਜਾਂ ਸਾਨੂੰ ਬਲੈਸ ਕੀਤਾ। ਐਕਚੁਅਲੀ ਇੱਕ ਬਹੁਤ ਹੀ ਹੰਬਲਿੰਗ ਮੂਮੈਂਟ ਸੀਗਾ ਤੇ ਮੈਨੂੰ ਲੱਗਦਾ ਹੈ ਉਸ ਤੋਂ ਵੀ ਮੈਨੂੰ ਵੀ ਕੁਝ ਸਿੱਖਣ ਨੂੰ ਹੀ ਮਿਲਿਆ ਕਿ ਭਾਵੇਂ ਸਥਿਤੀ ਕਿੰਨੀ ਵੀ ਵਰਸਟ ਹੋਵੇ, ਇੱਕ ਪਰਸਨ ਨੂੰ ਫਿਰ ਵੀ ਇੰਨਾ ਉਹਦਾ ਵੱਡਾ ਦਿਲ ਹੋਵੇ ਕਿ ਦੂਜੇ ਨੂੰ ਬਲੇਸਿੰਗ ਦੇ ਸਕੇ, ਦੂਜੇ ਦੀ ਫਿਕਰ ਕਰ ਸਕੇ, ਦੂਜੇ ਨੂੰ ਚਾਹ ਪੁੱਛ ਸਕੇ, ਪਾਣੀ ਪੁੱਛ ਸਕੇ, ਭਾਵੇਂ ਆਪਣੇ ਕੋਲ ਬਹੁਤ ਜ਼ਿਆਦਾ ਕੁਝ ਹੈ ਨਹੀਂ ਉਸ ਟਾਈਮ ਤੇ ਮੈਨੂੰ ਲੱਗਦਾ ਹੈ ਕਿ ਐਕਚੁਅਲੀ ਉਹ ਚੀਜ਼ ਮੇਰੇ ਲਈ ਇੱਕ ਲਰਨਿੰਗ ਸੀਗੀ, ਮੇਰੇ ਲਈ ਇੱਕ ਬਲੇਸਿੰਗ ਸੀਗੀ ਜੋ ਮੈਂ ਬਹੁਤ ਹੀ ਹੰਬਲ ਹੋ ਕੇ ਲੈਣੀ ਹੈ ਜੀ। ਅਕਸਰ ਅਫਸਰ DC ਬਦਨਾਮ ਹੁੰਦੇ ਨੇ, ਕਹਿੰਦੇ ਕਿ ਸੁਣਵਾਈ ਨਹੀਂ ਹੁੰਦੀ। ਜਦੋਂ ਵੱਡੇ ਘਰੋਂ ਫੋਨ ਆਉਂਦਾ, ਕਿਸੇ ਸਿਆਸੀ ਲੀਡਰ ਦਾ ਫੋਨ ਆਉਂਦਾ, ਫਿਰ ਸੁਣਵਾਈ ਹੁੰਦੀ ਹੈ, ਜਾਂ ਪੈਸੇ ਕਰੋ ਅੰਡਰ ਦਾ ਟੇਬਲ ਕਰੋ ਫਿਰ ਸੁਣਵਾਈ ਹੁੰਦੀ ਹੈ। ਐਕਚੁਅਲੀ ਮੈਨੂੰ ਲੱਗਦਾ ਹੈ ਕਿ ਹਾਲਾਂਕਿ ਬਲੈਕ ਸ਼ੀਪ ਹਰ ਇੱਕ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਹੈ, ਬਟ ਮੈਨੂੰ ਲੱਗਦਾ ਇਹ ਸ਼ਾਇਦ ਇੱਕ ਲੈਕ ਆਫ ਟਰਸਟ ਹੈ। ਵੈਸੇ ਤਾਂ ਮੈਂ ਇਹ ਗੱਲ ਕਾਫੀ ਵਾਰੀ ਕਹਿੰਦੀ ਹਾਂ, ਤੁਸੀਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਓਗੇ ਉੱਥੇ ਇੱਕ ਬਹੁਤ ਵਧੀਆ ਤੁਹਾਨੂੰ ਢਾਂਚਾ ਮਿਲੇਗਾ ਜਿਹੜਾ ਕਿ ਪਬਲਿਕ ਹਿੱਤਾਂ ਦੇ ਵਿੱਚ ਹੀ ਕੰਮ ਕਰ ਰਿਹਾ ਹੈ। ਪਬਲਿਕ ਦੀ ਕੀ ਸ਼ਿਕਾਇਤਾਂ ਨੇ, ਪਬਲਿਕ ਦੀ ਕੀ ਗ੍ਰੀਵੈਂਸਸ ਹੈਗੀਆਂ, ਉਹ ਕਿੰਨੇ ਕੁ ਸੋਲਵ ਹੋਏ, ਉਹ ਐਕਚੁਅਲੀ ਜ਼ਮੀਨੀ ਪੱਧਰ ਤੇ ਸੋਲਵ ਹੋਏ ਜਾਂ ਨਹੀਂ ਹੋਏ, ਇਹ ਸਾਰੇ ਹੀ DCs ਐਕਚੁਅਲੀ ਕਰਦੇ ਹੈ। ਪਰ ਮੈਨੂੰ ਜ਼ਰੂਰ ਇਹ ਲੱਗਦਾ ਹੈ ਜਦੋਂ ਇੱਦਾਂ ਦੀ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਸ਼ਾਇਦ ਕਿਤੇ ਨਾ ਕਿਤੇ ਇੱਕ ਲੈਕ ਆਫ ਟਰਸਟ, ਕਿਤੇ ਨਾ ਕਿਤੇ ਟਰਸਟ ਦੀ ਘਾਟ ਹੈਗੀ ਹੈ। ਤੁਹਾਨੂੰ ਲੱਗਦਾ ਜਦੋਂ ਇਸ ਪੂਰੇ ਹੜ੍ਹਾਂ ਦੇ ਵਿੱਚ ਇੱਕ ਹੀਰੋ ਦੇ ਤੌਰ ਤੇ ਸਾਕਸ਼ੀ ਉਭਰੇ, ਜ਼ਿੰਮੇਵਾਰੀ ਵਧੀ, ਖੁਸ਼ੀ ਹੋਈ, ਨਰਵਸ ਹੋਏ ਕਿ ਇਹ ਜੋ ਟੈਗ ਸਿਰਫ ਪੰਜਾਬ 'ਚ ਨਹੀਂ, ਇਹ ਦੁਨੀਆ 'ਚ ਮਿਲ ਰਿਹਾ ਸਾਕਸ਼ੀ ਨੂੰ, ਇਹ ਸਾਕਸ਼ੀ ਸਿਰਫ ਪੰਜਾਬ ਦੀ ਧੀ ਨਹੀਂ, ਇਹ ਸਾਕਸ਼ੀ ਹੁਣ ਦੁਨੀਆ ਦੇ ਵਿੱਚ ਹਰ ਕੋਈ ਸਿਫਤ ਜਿਹੜਾ ਉਹ ਸਾਕਸ਼ੀ ਹੋਰਾਂ ਦੀ ਕਰ ਰਿਹਾ, ਉਸ ਵੇਲੇ ਦਿਮਾਗ 'ਚ ਕੀ ਚੱਲ ਰਿਹਾ ਹੁੰਦਾ? ਮੈਨੂੰ ਥੋੜੀ ਜਿਹੀ ਹੈਰਾਨੀ ਹੋਈ ਟੂ ਬੀ ਓਨੈਸਟ, ਬਿਕੋਜ਼ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਦੱਸਿਆ ਵੀ ਸੀਗਾ ਕਿ ਮੈਂ ਆਪਣੀ ਡਿਊਟੀ ਕਰ ਰਹੀ ਹਾਂ, ਮੈਂ ਆਪਣਾ ਫਰਜ਼ ਨਿਭਾ ਰਹੀ ਹਾਂ, ਲੇਕਿਨ ਇੰਨੇ ਲੋਕ ਹੈਗੇ ਹੈ ਜਿਹੜੇ ਕਿ ਸਾਡੇ ਨਾਲ ਜੁੜੇ, ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਸੀ ਬਣਦੀ, ਉਹਨਾਂ ਨੇ ਕਿਤੇ ਲਿਖਿਆ ਨਹੀਂ ਸੀਗਾ ਕਿ ਤੁਸੀਂ ਇਸ ਜ਼ਿਲ੍ਹੇ ਦੇ ਵਿੱਚ ਇਹ ਸੇਵਾ ਦੇਣੀ ਹੈ, ਬਟ ਉਹ ਫਿਰ ਵੀ ਆਏ, ਉਹਨਾਂ ਨੇ ਸੇਵਾ ਦਿੱਤੀ। ਐਕਚੁਅਲੀ ਉਹ ਜਿਹੜੇ ਅਨਸੰਗ ਪਰਸਨਸ ਨੇ ਉਹ ਹੀਰੋਜ਼ ਨੇ। ਮੈਂ ਤਾਂ ਆਪਣਾ ਕੰਮ ਕਰ ਰਹੀ, ਇਹੀ ਮੇਰਾ ਕੰਮ ਹੈ। ਨਹੀਂ, ਡਰ ਹੁੰਦਾ ਜਦੋਂ ਇੰਨੀ ਜ਼ਿਆਦਾ ਇਹ ਕਹੀਏ ਕਿ ਪ੍ਰਮੋਸ਼ਨ ਹੋ ਜੇ, ਇੰਨੀ ਜ਼ਿਆਦਾ ਚਰਚਾ ਹੋ ਜੇ, ਇੰਨੀ ਜ਼ਿਆਦਾ ਕਿਤੇ ਬਾਕੀ ਵੱਡੇ ਅਫਸਰ ਤਾਂ ਨਹੀਂ ਨਾਰਾਜ਼ ਹੋ ਜਾਣਗੇ, ਜਾਂ ਕੋਈ ਪਾਰਟੀ ਆਫਰ ਤਾਂ ਨਹੀਂ ਕਰ ਦੇਗੀ ਕਿ ਹੁਣ ਸਾਕਸ਼ੀ ਮੇਰੇ ਵੱਲੋਂ ਇਲੈਕਸ਼ਨ ਲੜੋ? ਇਸ ਤਰੀਕੇ ਦੀਆਂ ਵੀ ਚਰਚਾਵਾਂ ਚੱਲ ਪੈਂਦੀਆਂ, ਬਹੁਤ ਚੀਜ਼ਾਂ ਚੱਲ ਪੈਂਦੀਆਂ। ਮੈਨੂੰ ਓਨੈਸਟਲੀ ਟੂ ਬੀ ਵੈਰੀ ਓਨੈਸਟ, ਮੈਂ ਸ਼ਾਇਦ ਆਪ ਜੀ ਨੂੰ ਵੀ ਇਹੀ ਦੱਸਿਆ ਸੀਗਾ ਜਦੋਂ ਤੁਸੀਂ ਮੈਨੂੰ ਕਿਹਾ ਸੀਗਾ ਕਿ ਅਸੀਂ ਇੰਟਰਵਿਊ ਕਰਨੀ ਹੈ, ਕਿ ਮੈਂ ਇਸ ਤਰ੍ਹਾਂ ਕੰਮ ਕਰਨਾ ਮੇਰੇ ਲਈ ਬੜਾ ਔਖਾ ਹੁੰਦਾ ਹੈ, ਬਿਕੋਜ਼ ਮੇਰਾ ਇੱਕੋ ਹੀ ਪਾਸੇ ਧਿਆਨ ਹੁੰਦਾ ਹੈ ਕਿ ਲੋਕਾਂ ਤੱਕ ਮੈਂ ਹੈਲਪ ਪਹੁੰਚਾ ਸਕਾਂ, ਤੇ ਮੈਨੂੰ ਕੋਈ ਮੀਡੀਆ ਸਪੈਕਟੀਕਲ ਜਾਂ ਕੋਈ ਸਟਾਰ ਜਾਂ ਇੱਦਾਂ ਦਾ ਕੋਈ ਮੈਨੂੰ ਦਿਲਚਸਪੀ ਫਰੈਂਕਲੀ ਨਹੀਂ ਹੈਗੀ ਹੈ। ਮੈਂ ਤਾਂ
ਮਤਲਬ ਜੇਕਰ ਮੀਡੀਆ ਇਹਨਾਂ ਕੋ ਹੈਲਪ ਕਰ ਸਕਦੀ ਹੈ, ਜਿਵੇਂ ਤੁਸੀਂ ਇੱਕ ਕੁਐਸਚਨ ਪੁੱਛਿਆ ਕਿ ਇੱਕ ਛਵੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਇਹ ਹੁੰਦਾ ਕਿ ਅੰਡਰ ਦ ਟੇਬਲ ਕੁਝ ਚਲੀ ਜਾਂਦਾ ਹੈ ਜਾਂ ਇਮਾਨਦਾਰੀ ਨਹੀਂ ਹੁੰਦੀ, ਤਾਂ ਫਿਰ ਐਟਲੀਸਟ ਸ਼ਾਇਦ ਸਰਕਾਰੀ ਢਾਂਚੇ ਨੂੰ ਕੰਮ ਕਰਦੇ ਹੋਏ ਦੇਖ ਸ਼ਾਇਦ ਲੋਕਾਂ ਦੇ ਵਿੱਚ ਉਹ ਟਰਸਟ ਵਾਲੀ ਫੀਲਿੰਗ ਦੁਬਾਰਾ ਬਿਲਡ ਅਪ ਜ਼ਰੂਰ ਹੋ ਜਾਵੇ। ਬਿਕੋਜ਼ ਮੈਂ ਹੁਣ ਵੀ ਜਿਵੇਂ ਸਾਡੇ ਡਿਪਾਰਟਮੈਂਟ ਹੜ੍ਹਾਂ ਦੇ ਵਿੱਚ ਕੰਮ ਕਰ ਰਹੇ ਹਾਂ, ਅਸੀਂ ਐਕਚੁਅਲੀ ਆਪਣੇ ਆਪ ਇਹ ਪ੍ਰੈਸ ਨੋਟਸ ਦਿੰਦੇ ਹਾਂ ਤਾਂ ਕਿ ਲੋਕਾਂ ਨੂੰ ਪਤਾ ਵੀ ਹੋਵੇ ਕਿ ਸਰਕਾਰ ਜਿਹੜੀ ਹੈ ਤੁਹਾਡੇ ਨਾਲ ਖੜੀ ਹੈ। ਹਰੇਕ ਡਿਪਾਰਟਮੈਂਟ 24 ਘੰਟੇ ਕੰਮ ਕਰ ਰਿਹਾ, ਭਾਵੇਂ ਐਨੀਮਲ ਹਸਬੈਂਡਰੀ ਦਾ ਡਿਪਾਰਟਮੈਂਟ ਹੋ, ਡਾਕਟਰਸ ਹੋਣ, 24 ਘੰਟੇ। ਇੱਕ ਬੰਦਾ ਇਹ ਨਹੀਂ ਕਰ ਸਕਦਾ। ਤੁਸੀਂ ਪਹਿਲੇ ਮਹਿਲਾ ਡੀਸੀ ਸੀਗੇ ਅੰਮ੍ਰਿਤਸਰ ਦੇ? ਜੀ ਜੀ, ਪਹਿਲੀ ਵਾਰ ਕੋਈ ਮਹਿਲਾ ਡੀਸੀ ਅੰਮ੍ਰਿਤਸਰ ਤੋਂ ਬਣੇ, ਔਰ ਉਹ ਸ਼੍ਰੀ ਦਰਬਾਰ ਸਾਹਿਬ ਜਿੱਥੇ ਹੈ, ਕਿਵੇਂ ਦੀ ਫੀਲ ਹੁੰਦੀ ਹੈ ਜਦੋਂ ਇਸ ਥਾਂ ਤੇ ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇ? ਇਹ ਕਿਹਾ ਜਾਂਦਾ ਡੀਸੀ ਤਾਂ ਪੂਰੇ ਸ਼ਹਿਰ ਦਾ ਸਾਰੀ ਜ਼ਿੰਮੇਵਾਰੀ ਉਸ ਦੇ ਉੱਤੇ ਹੁੰਦੀ ਹੈ। ਸੋ ਜ਼ਿੰਮੇਵਾਰੀ ਜੀ ਮੈਨੂੰ ਲੱਗਦਾ ਹੈ ਕਿ ਰੋਜ਼ ਹੀ ਇੱਕ ਬਹੁਤ ਹੀ ਇੱਕ ਇੰਪੋਰਟੈਂਟ ਇੱਕ ਪ੍ਰੈਸਟੀਜੀਅਸ ਪੋਸਟਿੰਗ ਹੈ ਡੀਸੀ ਅੰਮ੍ਰਿਤਸਰ ਦੀ, ਬਿਕੋਜ਼ ਇੱਕ ਤਰ੍ਹਾਂ ਇੱਕ ਇੰਟਰਨੈਸ਼ਨਲ ਸਿਟੀ ਵੀ ਹੈ, ਸਭ ਤੋਂ ਹੋਲੀ ਸਿਟੀ ਹੈਗੀ ਹੈ ਤੇ ਬਹੁਤ ਇੱਕ ਇੰਪੋਰਟੈਂਟ ਡਿਸਟ੍ਰਿਕਟ ਹੈ ਬਿਕੋਜ਼ ਇਹਦਾ ਇੰਟਰਨੈਸ਼ਨਲ ਬਾਰਡਰ ਵੀ ਨਾਲ ਲੱਗਦਾ ਹੈ। ਤੇ ਮੈਨੂੰ ਮਤਲਬ ਮੇਰੇ ਲਈ ਤਾਂ ਰੋਜ਼ ਹੀ ਇੱਕ ਨਵੀਂ ਲਰਨਿੰਗ ਹੁੰਦੀ ਹੈ। ਇੰਨੀ ਸਾਰੀ ਏਜੰਸੀਜ਼ ਨਾਲ ਮੈਨੂੰ ਇੰਟਰੈਕਟ ਕਰਨ ਦਾ ਮੌਕਾ ਮਿਲਦਾ ਹੈਗਾ, ਭਾਵੇਂ ਆਰਮੀ ਹੋਵੇ, ਭਾਵੇਂ BSF ਹੋਵੇ, ਭਾਵੇਂ ਜਿਹੜੇ ਆਪਣੇ ਜਿਵੇਂ ਦਰਬਾਰ ਸਾਹਿਬ ਹੋ ਗਿਆ ਜਾਂ ਆਪਣਾ ਵਾਲਮੀਕੀ ਤੀਰਥ ਹੋ ਗਿਆ, ਦੁਰਗਿਆਨਾ ਮੰਦਿਰ ਹੋ ਗਿਆ। ਇੱਥੇ ਹਰ ਥਾਂ ਤੋਂ ਬੜੇ ਸ਼ਰਧਾਲੂ ਆਉਂਦੇ ਹੈ, ਉਹਨਾਂ ਲਈ ਅਸੀਂ ਹੋਰ ਕਿਵੇਂ ਕੰਮ ਕਰ ਸਕਦੇ ਹਾਂ। ਮਤਲਬ ਬਹੁਤ ਕੁਝ ਲਰਨ ਕਰਨ ਨੂੰ ਇਹਨਾਂ ਹੜ੍ਹਾਂ ਦੇ ਵਿੱਚ, ਕਿਉਂਕਿ ਐਜ਼ ਏ ਫੀਮੇਲ ਤੁਹਾਡੇ ਲਈ ਕੀ ਚੁਣੌਤੀਆਂ ਸੀ, ਔਰ ਖਾਸ ਤੌਰ ਤੇ ਜਿਹੜੇ ਹੜ੍ਹਾਂ ਦੇ ਵਿੱਚ ਫੀਮੇਲ ਫਸੀਆਂ ਹੋਈਆਂ ਸੀ ਉਹਨਾਂ ਲਈ ਕੀ ਕਿਉਂਕਿ ਤੁਹਾਡੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਇੱਕ ਫੀਮੇਲ ਦੇ ਤੌਰ ਤੇ, ਤੁਹਾਡੇ ਲਈ ਇਹ ਐਕਸਪੀਰੀਅੰਸ ਕੋਈ ਅਜਿਹਾ ਤੁਸੀਂ ਸਾਂਝਾ ਕਰ ਸਕੋ ਔਰ ਕਿਸ ਤਰੀਕੇ ਨਾਲ ਇਹ ਸਾਰਾ ਕੁਝ ਸੀਗਾ? ਆਈ ਥਿੰਕ ਇੱਕ ਜਿਹੜਾ ਮਤਲਬ ਡੈਫੀਨਿਟਲੀ ਮੈਂ ਕਹਾਂਗੀ ਕਿ ਲੇਡੀਜ਼ ਨੂੰ ਜਿਹੜੀ ਮੈਨਸਟਰਲ ਹਾਈਜੀਨ ਤੇ ਸੈਨੀਟਰੀ ਨੈਪਕਿਨਸ ਜਾਂ ਬੱਚਿਆਂ ਲਈ ਕੋਈ ਜਿਵੇਂ ਆਪਾਂ ਡਾਈਪਰਸ ਕਰ ਰਹੇ ਸੀਗੇ, ਉਹ ਅਸੀਂ ਸਪੈਸ਼ਲੀ ਕੀਤਾ ਬਿਕੋਜ਼ ਇਹ ਸਾਡੇ ਧਿਆਨ 'ਚ ਸੀਗਾ ਤੇ ਲੇਡੀਜ਼ ਨੂੰ ਵੀ ਇੰਨੀ ਕੋਈ ਉਹ ਨਹੀਂ ਹੋਈ ਕਿ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਜਾਂ ਪੁੱਛ ਸਕਦੇ ਹਾਂ। ਇਨਫੈਕਟ ਸਾਡੇ ਸਾਰੇ ਗੱਲ ਕਰ ਸਕਦੇ ਸੀ, ਮੇਰੇ ਨਾਲ ਹੀ ਨਹੀਂ, ਹੋ ਸਕਦਾ ਮੇਲ ਨਾਲ ਖੁੱਲ ਕੇ ਗੱਲ ਨਾ ਕਰ ਮੇਰੇ ਨਾਲ ਹੀ ਨਹੀਂ, ਇਨਫੈਕਟ ਜਿਹੜੇ ਡਾਕਟਰਸ ਦੀ ਟੀਮ ਸੀਗੀ ਉਹਦੇ ਵਿੱਚ ਵੀ ਅਸੀਂ ਇੱਕ ਮੈਂਡੇਟਰੀ ਲਾਜ਼ਮੀ ਲੇਡੀ ਡਾਕਟਰ ਬਿਠਾਈ ਇਸੇ ਗੱਲ ਵਾਸਤੇ ਸੀਗੀ ਕਿ ਕਿਸੇ ਨੂੰ ਕਿਸੇ ਤਰੀਕੇ ਦੇ, ਬਿਕੋਜ਼ ਹੁਣ ਦੇਖਿਓ UTI ਦੀ ਵੀ ਪ੍ਰੋਬਲਮਸ ਨਿਕਲ ਕੇ ਆਈਆਂ। ਸੋ ਅਸੀਂ ਇਸ ਚੀਜ਼ ਨੂੰ ਖੁੱਲ ਕੇ ਗੱਲ ਕਰ ਸਕਦੇ ਹਾਂ ਸੋ ਦੈਟ ਇਹਨਾਂ ਨੂੰ ਜਿਹੜੀ ਹੈਲਥ ਪ੍ਰੋਬਲਮਸ ਹੈਗੀਆਂ ਉਹ ਅਸੀਂ ਆਰਾਮ ਨਾਲ ਬਿਨਾਂ ਕੋਈ ਹੈਸਲ ਦੇ ਉਹਨਾਂ ਨੂੰ ਪਹੁੰਚ ਕਰਕੇ ਉਹਨਾਂ ਦੀ ਮਦਦ ਕਰ ਸਕੀਏ। ਇੱਕ ਤਾਂ ਕੇਸ ਇਹ ਵੀ ਹੈ, ਲਿਵਰ ਪੇਨ ਦਾ ਕੇਸ ਵੀ ਆਇਆ ਸੀ, ਕੁਝ ਡਿਲੀਵਰੀ ਵੀ ਉਹ ਬੜਾ ਕ੍ਰਿਟੀਕਲ ਟਾਈਮ ਹੁੰਦਾ ਹੈ। ਜੀ ਉਸ ਵੇਲੇ ਕੀ ਤਿਆਰੀ ਸੀ ਤੁਹਾਡੀ? ਉਸ ਵੇਲੇ ਕਿਸ ਤਰੀਕੇ ਦਾ ਹਾਲਾਤ ਸੀ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਇਹ ਪੋਜੀਸ਼ਨ ਹੈ? ਐਕਚੁਅਲੀ ਜਿਹੜੀ ਤਾਂ ਲੇਡੀਜ਼ ਮਤਲਬ ਜਿਹੜੇ ਦੋ ਕ੍ਰਿਟੀਕਲ ਦਿਨ ਸੀਗੇ ਜਦੋਂ ਪਾਣੀ ਬਹੁਤ ਜ਼ਿਆਦਾ ਚੜ ਰਿਹਾ ਸੀਗਾ, ਉਦੋਂ ਸਾਡੇ ਕੋਲ 2 ਪ੍ਰੈਗਨੈਂਟ ਲੇਡੀਜ਼ ਦੇ ਕੇਸ ਆਏ ਸੀਗੇ ਜੋ ਕਿ ਇਨ ਲੇਬਰ ਆਲਰੇਡੀ ਜਾ ਚੁੱਕੀਆਂ ਸੀਗੀਆਂ ਐਂਡ ਅਨਫੋਰਚੂਨੇਟਲੀ ਉੱਥੇ ਪਾਣੀ ਬਹੁਤ ਜ਼ਿਆਦਾ ਹੋਣ ਕਾਰਨ ਸਾਡੀ ਜਿਹੜੀ ਮਤਲਬ ਇਸ ਤਰ੍ਹਾਂ ਸੀਗਾ ਕਿ ਜਿਹੜੀ ਇਹ ਟੈਰੇਨ ਹੈ, ਕਿੱਥੇ ਸੜਕ ਹੈ, ਕਿੱਥੇ ਨਹਿਰ ਹੈ, ਕਿੱਥੇ ਫਿਰ ਪਾਣੀ ਹੈ, ਤਾਂ ਸਾਡੀ ਜਿਹੜੀ ਬੋਟ ਸੀਗੀ ਉਹ ਵੀ ਪ੍ਰੋਪਰਲੀ ਉਸ ਨੂੰ ਅਪਰੋਚ ਨਹੀਂ ਕਰ ਪਾ ਰਹੀ ਸੀਗੀ ਤੇ ਚੌਪਰ ਰਾਹੀਂ ਉਹ ਜਿਹੜੀ ਇਵੈਕੂਏਸ਼ਨ ਸੀਗੀ ਉਹ ਮੁਮਕਿਨ ਨਹੀਂ ਸੀਗੀ ਬਿਕੋਜ਼ ਇੱਕ ਪ੍ਰੈਗਨੈਂਟ ਲੇਡੀ ਨੂੰ ਵਿੰਚ ਕਰਕੇ ਉਠਾਣਾ ਇਜ਼ ਨਾਟ ਪੋਸੀਬਲ। ਸੋ ਥੈਂਕਫੁਲੀ ਸਾਡੇ ਕੋਲ ਜਿਹੜੇ 8 ਔਰ ਵਹੀਕਲਸ ਆਏ ਹੋਏ ਸੀਗੇ, 4 ਵਹੀਕਲ ਜਿਹੜੇ ਕਿ ਐਮਫੀਬੀਅਨ ਵਹੀਕਲਸ ਹੁੰਦੇ, ਉਹ ਪਾਣੀ, ਸੜਕ, ਨਹਿਰ ਸਾਰੇ ਤੇ ਚੱਲ ਸਕਦੇ ਹੈ ਤੇ ਉਹਨਾਂ ਦੀ ਵਹੀਕਲਸ ਤੇ ਅਸੀਂ ਕ੍ਰਿਟੀਕਲ ਰੈਸਕਿਊਜ਼ ਜਿਹੜੇ ਸੀਗੇ ਕੀਤੇ ਸੀਗੇ। ਇਸ ਤੋਂ ਇਲਾਵਾ NDRF ਮੈਨੂੰ ਯਾਦ ਉਹਨਾਂ ਨੇ ਇੱਕ 4 ਦਿਨ ਦਾ ਬੱਚਾ ਵੀ ਰੈਸਕਿਊ ਕੀਤਾ। ਆਰਮੀ ਵੱਲੋਂ ਵੀ ਬਹੁਤ ਹੀ ਕ੍ਰਿਟੀਕਲ ਪੇਸ਼ੈਂਟਸ ਮਤਲਬ ਮੈਨੂੰ ਯਾਦ ਹੈ ਉਹ ਉਹਨਾਂ ਦੇ ਕੈਥੀਟਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਸੀਗਾ, ਉਹਨਾਂ ਨੇ ਵੀ ਉਹ ਕੱਢ ਕੇ ਲੈ ਕੇ ਆਏ। ਸੋ ਸਾਰੀ ਹੀ ਜਿੰਨੇ ਏਜੰਸੀਜ਼ ਹੈਗੀਆਂ ਉਹਨਾਂ ਨੇ ਬਹੁਤ ਵਧੀਆ ਆਪਣਾ ਸੇਵਾ ਇੱਥੇ ਕੀਤੀ, ਰੋਲ ਨਿਭਾਇਆ ਬਿਕੋਜ਼ ਇਹ ਬਹੁਤ ਹੀ ਕ੍ਰਿਟੀਕੈਲਿਟੀ ਸੀਗੀਆਂ ਜੋ ਕਿ ਸਮੇਂ ਸਿਰ ਉਹਨਾਂ ਤੱਕ ਮਦਦ ਪਹੁੰਚਾਈ। ਮੈਮ ਤੁਹਾਨੂੰ ਤਾਂ ਹੁਣ ਪੰਜਾਬ ਦਾ ਯੂਥ ਆਈਕਨ ਮੰਨ ਰਿਹਾ, ਰੋਲ ਮਾਡਲ ਮੰਨ ਰਿਹਾ, ਤੁਹਾਡੇ ਰੋਲ ਮਾਡਲ ਕੌਣ ਨੇ? ਤੁਸੀਂ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਹੋ? ਐਕਚੁਅਲੀ ਜੀ ਮੈਨੂੰ ਫਰੈਂਕਲੀ ਸਪੀਕਿੰਗ ਮੈਨੂੰ ਤਾਂ ਇਹ ਹੈ ਜੀ ਕਿ ਆਈ ਲੁੱਕ ਐਟ ਮਾਈ ਡਾਟਰ, ਮੇਰੀ ਇੱਕ 5 ਸਾਲ ਦੀ ਬੇਟੀ ਹੈ ਤੇ ਮੈਨੂੰ ਇਹ ਲੱਗਦਾ ਹੈ ਕਿ ਜੋ ਵੀ ਅਸੀਂ ਕਰ ਰਹੇ ਹਾਂ ਜਾਂ ਜੋ ਵੀ ਨਿਰਣਾ ਅਸੀਂ ਲੈ ਰਹੇ ਹਾਂ
ਮਤਲਬ ਮੇਰੇ ਬੱਚੇ ਨੇ ਇੱਥੇ ਹੀ ਰਹਿਣਾ ਹੈ, ਇਸੇ ਵਰਲਡ ਦੇ ਵਿੱਚ ਰਹਿਣਾ ਹੈ। ਜੋ ਵੀ ਅਸੀਂ ਕੋਈ ਫੈਸਲਾ ਕਰ ਰਹੇ ਹਾਂ ਉਹ ਇਸ ਬੱਚੇ ਲਈ ਠੀਕ ਹੋਣਾ ਚਾਹੀਦਾ ਹੈ ਤੇ ਬਾਕੀ ਬੱਚਿਆਂ ਲਈ ਠੀਕ ਹੋਣਾ ਚਾਹੀਦਾ ਹੈ। ਬਿਕੋਜ਼ ਇਹ ਬੱਚਾ ਮੇਰੇ ਬਾਰੇ ਕੀ ਸੋਚੇਗਾ ਕਿ ਅਸੀਂ ਇਦਾਂ ਦੀ ਕਿਹੋ ਜੀ ਉਹਨੂੰ ਇੱਕ ਲੈਗੇਸੀ ਦਿੱਤੀ, ਜਿਹੜੀ ਮੈਂ ਉਹਨੂੰ ਕਹਿੰਦੇ ਉਹ ਮੇਰੀ ਕੌਨਸ਼ੀਅੰਸ ਕੀਪਰ ਹੈ। ਮਤਲਬ ਆਪਾਂ ਕਿੰਨਾ ਇਨਫੈਕਟ ਕਿ ਕਿੰਨਾ ਆਪਾਂ ਪ੍ਰਕਿਰਤੀ ਨੂੰ ਵੀ, ਆਪਾਂ ਜੇ ਨੇਚਰ ਦੀ ਵੀ ਗੱਲ ਕਰੀਏ ਕਿ ਆਪਣੇ ਬੱਚਿਆਂ ਨੂੰ ਸਪੈਰੋ ਤੱਕ ਦੇਖਣ ਨੂੰ ਨਹੀਂ ਮਿਲਦੀ ਅੱਜ ਕੱਲ੍ਹ, ਅਸੀਂ ਤਾਂ ਬਹੁਤ ਦੇਖੀਆਂ ਨੇ। ਤਾਂ ਮੈਨੂੰ ਇਹ ਚੀਜ਼ਾਂ ਬੜੀ ਖਟਕਦੀਆਂ ਨੇ ਕਿ ਜਿਹੜੇ ਬੱਚੇ ਨੇ ਉਹਨਾਂ ਤੋਂ ਅਸੀਂ ਛੀਨ ਕੇ ਆਪਣੀ ਜ਼ਿੰਦਗੀ ਨਾ ਜੀਏ। ਸੋ ਇਨਸਪੀਰੇਸ਼ਨ ਔਰ ਨਾਟ, ਆਈ ਡੋਨਟ ਨੋ ਹਾਊ ਟੂ ਆਨਸਰ, ਬਟ ਇੱਕ ਰੋਲ ਮਾਡਲ ਹੁੰਦਾ, ਇੱਕ ਬੱਚਾ ਜਿਹੜਾ ਹੈਗਾ ਉਹ ਦੈਟ ਮਾਈ ਡਾਟਰ ਐਂਡ ਅਦਰ ਚਿਲਡਰਨ, ਮੇਰੇ ਦਫ਼ਤਰ ਦੇ ਵਿੱਚ ਵੀ ਉਹਦੀ ਫੋਟੋਗ੍ਰਾਫ ਹੈਗੀ ਹੈ। ਤਾਂ ਫॉर ਮੀ ਮਾਈ ਡਾਟਰ ਇਜ਼ ਅ ਬਿਗ ਚੈਨਲਿੰਗ ਪੁਆਇੰਟ ਕਿ ਕਿਹੋ ਜਿਹੇ ਫੈਸਲੇ ਲੈਣੇ ਚਾਹੀਦੇ ਆ। ਕਈ ਵਾਰ ਹੁੰਦਾ ਕਿ ਬਿਊਰੋਕ੍ਰੇਸੀ 'ਚ ਕੋਈ ਅਜਿਹਾ ਆਫਿਸਰ, ਕਈ ਵਾਰ ਹੁੰਦਾ ਰਾਜਨੀਤੀ 'ਚ ਕੋਈ, ਕਈ ਵਾਰ ਹੁੰਦਾ ਕਿਸੇ ਹੋਰ ਜਗ੍ਹਾ ਦੇ ਉੱਤੇ, ਕਿਸੇ ਹੋਰ ਫੀਲਡ ਦੇ ਵਿੱਚ, ਇਹ ਮੇਰਾ ਰੋਲ ਮਾਡਲ ਹੈ ਜਿੱਥੋਂ ਮੈਨੂੰ ਤਾਕਤ ਮਿਲਦੀ ਹੈ, ਇਹ ਮੇਰਾ ਰੋਲ ਮਾਡਲ ਹੈ ਜੋ ਇਸ ਦੇ ਕਦਮਾਂ ਤੇ ਇਸ ਦੇ ਵਰਗਾ ਮੈਂ ਬਣਨਾ ਚਾਹੁੰਦੀ ਹਾਂ, ਚਾਹੇ ਉਹ ਮੇਲ ਹੋਵੇ ਚਾਹੇ ਫੀਮੇਲ ਹੋਵੇ। आई थिंक आई हैव बीन वेरी लकी बिकॉज जिन्ने भी ऑफिसर्स नाल मैं काम किया मैं सारिਆਂ ਤੋਂ ਕੁਝ ਨਾ ਕੁਝ ਸਿੱਖਿਆ ਹੀ ਹੈਗਾ। ਤੁਹਾਨੂੰ ਪਤਾ ਹੋਣਾ ਹੈ ਵਿਨੀ ਮੈਡਮ ਫਰਸਟ ਵੂਮਨ ਚੀਫ ਸੈਕਟਰੀ ਰਹੇ ਸੀਗੇ ਤੇ ਫਰਸਟ ਡੀਸੀ ਐਵਰ ਟੂ ਬੀ ਲੇਡੀ ਟੂ ਬੀ ਅਪਾਇੰਟਡ ਡੀਸੀ ਪੰਜਾਬ ਚ ਰਹੇ ਸੀਗੇ ਤੇ ਮੇਰੇ ਕੋਲ ਇੱਕ ਪ੍ਰਿਵਿਲੇਜ ਇਹ ਮੈਨੂੰ ਮਿਲਿਆ ਸੀਗਾ ਕਿ ਮੈਂ ਉਹਨਾਂ ਦੀ ਸਟਾਫ ਆਫਿਸਰ ਰਹੀ ਸੀਗੀ ਮੈਮ ਦੀ। ਸੋ ਡੈਫੀਨਿਟਲੀ ਐਂਡ ਅਦਰਵਾਈਜ਼ ਆਲਸੋ ਮੈਂ ਬਹੁਤ ਸਾਰੇ ਉਸ ਤੋਂ ਬਾਅਦ ਅਨਿਰੁੱਧ ਸਰ ਨਾਲ ਕੰਮ ਕੀਤਾ, ਮਤਲਬ ਮੈਂ ਬਹੁਤ ਸਾਰੇ ਬਹੁਤ ਹੀ ਵਧੀਆ ਅਫਸਰਸ ਨਾਲ ਮੈਂ ਕੰਮ ਕੀਤਾ ਹੈ। ਹੁਣ ਵੀ ਅਸੀਂ ਕਿਸੇ ਨੂੰ ਵੀ ਫੋਨ ਕਰਕੇ ਹੈਲਪ ਲੈ ਲੈਂਦੇ ਹੁੰਦੇ ਆ। ਸੋ ਆਈ ਫੀਲ ਦੈਟ ਇਹ ਜਿੰਨੇ ਵੀ ਸਾਡੇ ਸੀਨੀਅਰ ਸੀਗੇ ਇਹਨਾਂ ਨੇ ਸਾਡੇ ਯੰਗਰ ਆਫਿਸਰਸ ਲਈ ਇੱਕ ਪਾਥ, ਇੱਕ ਜਿਹੜੀ ਗਲਾਸ ਸੀਲਿੰਗ ਸੀਗੀ ਉਹ ਉਹਨਾਂ ਵੱਲੋਂ ਹੀ ਤੋੜ ਦਿੱਤੀ ਗਈ ਸੀਗੀ। ਸੋ ਇੱਕ ਸਾਨੂੰ ਇੰਨਾ ਕੋਈ ਘਬਰਾਹਟ ਨਹੀਂ ਮਹਿਸੂਸ ਹੁੰਦੀ ਕਿ ਅਸੀਂ ਕਿਵੇਂ ਕਰਾਂਗੇ, ਬਿਕੋਜ਼ ਬਿਫੋਰ ਅਸ ਸਮਬਡੀ ਹੈਜ਼ ਡਨ ਦਿਸ। ਮਤਲਬ ਇਸ ਤੋਂ ਪਹਿਲਾਂ ਜਿਹੜੇ ਆਈ ਐਮ ਸ਼ੋਰ ਜਿਹੜੇ ਹੜ੍ਹ ਆਏ ਸੀਗੇ 88 ਦੇ ਵਿੱਚ ਜਾਂ 93 ਦੇ ਵਿੱਚ, ਉਹਨਾਂ ਦੇ ਵਿੱਚ ਵੀ ਬੜੇ ਅਫਸਰ ਨੇ ਬਹੁਤ ਕੰਮ ਕੀਤਾ ਸੀਗਾ। ਸੋ ਆਈ ਫੀਲ ਕਿ ਆਲ ਵੀ ਆਰ ਬਲੈਸਡ ਕਿ ਇਹਨਾਂ ਸਾਨੂੰ ਜਿਹੜੇ ਤੁਹਾਨੂੰ ਇਨਸਪਾਇਰ ਕਰਦੇ ਬਿਊਰੋਕਰੇਟ, ਤੁਸੀਂ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ? ਮੈਂ ਡੈਫੀਨਿਟਲੀ ਰੋਜ਼ ਹੀ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ। ਮੈਂ ਤਾਂ ਕਹਿ ਹੀ ਰਹੀ ਹਾਂ ਜੀ, ਮੈਂ ਤਾਂ ਈਵਨ ਉਹ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਵੀ ਮੈਂ ਕੁਝ ਸਿੱਖ ਕੇ ਹੀ ਗਈ ਹਾਂ। ਤਾਂ ਇੱਕ ਥੈਂਕਫੁਲੀ ਇੱਕ ਡੀਸੀ ਜਾਂ ਇੱਕ ਐਜ਼ ਐਨ ਆਈਐਸ ਆਫਿਸਰ ਸਾਡੇ ਕੋਲ ਇੱਕ ਬਹੁਤ ਵੱਡੀ ਇੱਕ ਬਲੇਸਿੰਗ ਇਹ ਹੈ ਕਿ ਅਸੀਂ ਹਰੇਕ ਤਰੀਕੇ ਦੇ ਪਰਸਨਸ ਨੂੰ ਮਿਲਦੇ ਹਾਂ ਜੋ ਕਿ ਵੱਖ-ਵੱਖ ਫੀਲਡਸ ਦੇ ਵਿੱਚ ਹੁੰਦੇ ਆ, ਵੱਖ-ਵੱਖ ਏਜ ਗਰੁੱਪਸ ਦੇ ਹੁੰਦੇ ਆ ਤੇ ਕੁਝ ਨਾ ਕੁਝ ਸਾਨੂੰ ਰੋਜ਼ ਸਿੱਖਣ ਨੂੰ ਮਿਲਦਾ। ਆਪਾਂ ਬਹੁਤ ਹੀ ਇੱਕ ਬਲੇਸਡ ਤੁਹਾਨੂੰ ਤਾਕਤ ਕਿੱਥੋਂ ਮਿਲਦੀ ਹੈ ਕਿ ਇਹ ਮੈਨੂੰ ਸਭ ਤੋਂ ਵੱਧ, ਜਿਵੇਂ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ 'ਚ ਰੱਖ ਕੇ ਘਰੋਂ ਬਾਹਰ ਨਿਕਲਦਾ ਹੈ, ਕੋਈ ਭਗਵਾਨ ਰਾਮ ਨੂੰ ਨਿਕਲ ਕੇ ਧਿਆਨ 'ਚੋਂ ਬਾਹਰ ਨਿਕਲਦਾ ਹੈ, ਕਿਸੇ ਨੇ ਆਪਣੀ ਗੱਡੀ 'ਚ ਆਰਤੀ, ਹਨੂੰਮਾਨ ਚਾਲੀਸਾ, ਵੱਖੋ-ਵੱਖ ਤਰੀਕੇ ਨਾਲ ਹੁੰਦਾ ਹੈ। ਹਰ ਕਿਸੇ ਦੀ ਕੋਈ ਨਾ ਕੋਈ ਤਾਕਤ, ਕੋਈ ਸਟਰੈਂਥ ਹੁੰਦੀ ਹੈ। ਹਰ ਕੋਈ ਕਹਿੰਦਾ ਕਿ ਯਾਰ ਬਸ ਇਹਨਾਂ ਦੀ ਕਿਰਪਾ ਬਣੀ ਰਹੇ। ਸਾਕਸ਼ੀ ਹੋਰਾਂ ਦੀ ਨਹੀਂ, ਦੇਖੋ ਰੱਬ ਨੂੰ ਤਾਂ ਸਾਰੇ ਮਤਲਬ ਮੈਂ ਮੰਨਦੀ ਹੀ ਹਾਂ। ਮੇਰਾ ਕੋਈ ਮਤਲਬ ਦਰਬਾਰ ਸਾਹਿਬ ਦੇ ਵਿੱਚ ਵੀ ਅਸੀਂ ਮੱਥਾ ਟੇਕਦੇ ਹਾਂ, ਮੈਨੂੰ ਬਹੁਤ ਅੱਛਾ ਲੱਗਦਾ ਹੈ। ਦੁਰਗਿਆਨਾ ਟੈਂਪਲ 'ਚ ਵੀ ਅਸੀਂ ਜਾਂਦੇ ਹਾਂ, ਵਾਲਮੀਕੀ ਤੀਰਥ ਵੀ ਜਾਂਦੇ ਹਾਂ, ਘਰ ਵਿੱਚ ਵੀ ਅਸੀਂ ਆਪਣੇ ਪ੍ਰੇਅਰਸ ਤਾਂ ਕਰਦੇ ਹੀ ਹਾਂ। ਬਟ ਆਈ ਥਿੰਕ ਮੋਸਟ ਇੰਪੋਰਟੈਂਟ ਇਜ਼ ਕਿ ਜਿਹੜੇ ਵੀ ਮੈਂ ਫੈਸਲੇ ਲਿੱਤੇ ਮੈਂ ਰਾਤ ਨੂੰ ਆਰਾਮ ਨਾਲ ਸੁੱਖ ਨਾਲ ਸੌ ਸਕਦੀ ਹਾਂ। ਮਤਲਬ ਮੈਨੂੰ ਕੋਈ ਰਿਗਰੈਟ ਨਹੀਂ ਹੁੰਦਾ। ਇਹ ਮੇਰਾ ਇੱਕ ਪ੍ਰਿੰਸੀਪਲ ਹੈ ਕਿ ਤੁਹਾਡੀ ਜਿਹੜੀ ਇਨਸਟਿੰਕਟ ਹੈ ਉਹਨੂੰ ਸੁਣ ਲਿਆ ਕਰੋ, ਲੋਕਾਂ ਦੀ ਰਾਏ ਵੀ ਜ਼ਰੂਰ ਸੁਣਿਆ ਕਰੋ, ਬਟ ਆਪਣੇ ਆਪ ਆਪਣਾ ਫੈਸਲਾ ਉਹ ਜਿਹਾ ਲਿਆ ਕਰੋ ਕਿ ਤੁਹਾਨੂੰ ਰਾਤ ਨੂੰ ਚੈਨ ਦੀ ਨੀਂਦ ਆਵੇ ਕਿ ਮੈਂ ਜਿਹੜਾ ਕੀਤਾ ਮੈਂ ਸਹੀ ਕੀਤਾ। ਮੈਂ ਜਿਹਨੂੰ ਮੈਂ ਹੈਲਪ ਕਰ ਸਕਦੀ ਸੀਗੀ, ਮੈਂ ਆਪਣੇ ਜਿਹੜਾ ਪੂਰਾ ਦਿਨ ਸੀਗਾ ਉਹਦੇ ਵਿੱਚ ਮੈਂ ਕਿਸੇ ਨਾ ਕਿਸੇ ਨੂੰ ਜ਼ਰੂਰ ਮਦਦ ਕੀਤੀ ਹੈਗੀ ਹੈ ਤੇ ਜੋ ਵੀ ਮੈਂ ਅੱਜ ਕਰ ਰਹੀ ਹਾਂ ਉਹ ਮੇਰੇ ਵਿੱਚ ਕੁਝ ਐਡ ਕਰ ਰਿਹਾ, ਨਾ ਕਿ ਮੇਰੇ ਤੋਂ ਸਬਟਰੈਕਟ ਕਰ ਰਿਹਾ। ਮਤਲਬ ਇਹ ਮੇਰੇ 3 ਪ੍ਰਿੰਸੀਪਲਸ ਹੈਗੇ ਆ ਲਾਈਫ ਦੇ ਵਿੱਚ। ਦੂਸਰਾ ਮੈਮ, ਕਿਉਂਕਿ ਪਿਛਲੇ ਦਿਨਾਂ 'ਚ ਭਗਵੰਤ ਮਾਨ ਸੀਐਮ ਬਿਮਾਰ ਵੀ ਹੋ ਗਏ, ਹਸਪੀਟਲ ਵੀ ਚਲੇ ਗਏ। ਉਸ ਦੌਰਾਨ ਕਿਉਂਕਿ ਤੁਸੀਂ ਕਮਾਨ ਲੈਣੀ ਸੀਐਮ ਸਾਹਿਬ ਤੋਂ, ਚੀਫ ਸੈਕਟਰੀ ਤੋਂ, ਸੀਐਮ ਸਾਹਿਬ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਫੋਨ ਤੇ ਗੱਲਬਾਤ ਹੋਈ ਜਾਂ ਕੋਈ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਜਾਂ ਸਪੋਰਟ ਮਿਲੀ ਉਸ ਤਰੀਕੇ ਦੀ? ਜਾਂ ਕਈ ਵਾਰ ਹੁੰਦਾ ਹੈ ਕਿ ਜਦੋਂ ਹਸਪੀਟਲ ਚਲੇ ਜਾਣ
ਕਿਵੇਂ ਗੱਲ ਕੀਤੀ ਜਾਵੇ, ਕਿੱਥੋਂ ਕੀ ਰੂਪਰੇਖਾ ਹੋਵੇ, ਕੀ ਹੋਵੇ, ਉਸ ਵੇਲੇ ਇਹ ਸਿਚੁਏਸ਼ਨ ਕਿਵੇਂ ਸੀ? ਨਹੀਂ ਇਨਫੈਕਟ ਸੀਐਮ ਸਰ ਨੇ ਜਿਹੜੇ ਮਤਲਬ ਜਿਵੇਂ ਕੁਝ ਜ਼ਿਆਦਾ ਹੀ ਅਫੈਕਟਡ ਡਿਸਟ੍ਰਿਕਟ ਸੀਗੇ ਜਿਵੇਂ ਅੰਮ੍ਰਿਤਸਰ, ਉਹਨਾਂ ਚੋਂ ਇੱਕ ਸੀਗੇ। ਹਾਲਾਂਕਿ ਸਰ ਹਸਪੀਟਲ ਦੇ ਵਿੱਚ ਸੀਗੇ, ਉਹਨਾਂ ਨੇ ਮੈਨੂੰ ਪਰਸਨਲੀ ਆਪ ਮੇਰੇ ਨਾਲ ਗੱਲ ਕਰਕੇ ਪੂਰੀ ਸਥਿਤੀ ਦਾ ਜਾਇਜ਼ਾ ਮੇਰੇ ਤੋਂ ਲਿੱਤਾ ਸੀਗਾ। ਹਾਲਾਂਕਿ ਉਹ ਹਸਪੀਟਲ ਤੋਂ ਹੀ ਆਪਣੇ ਮਤਲਬ ਫੋਨ ਤੋਂ ਬੋਲ ਰਹੇ ਸੀਗੇ। ਇਨਫੈਕਟ ਉਹਨਾਂ ਨੇ ਮੇਰੇ ਨਾਲ ਕਾਫੀ ਕੁਝ ਇਹ ਵੀ ਸਾਂਝੀ ਕੀਤੀਆਂ ਗੱਲਾਂ ਕਿ ਕਿਸੇ ਵੀ ਬੱਚੇ ਨੂੰ ਜਾਂ ਕਿਸੇ ਵੀ ਪਰਸਨ ਨੂੰ ਕੋਈ ਹੈਲਥ ਰਿਲੇਟਡ ਹੁਣ ਡਿਜ਼ੀਜ਼ ਨਾ ਹੋਵੇ, ਬਿਕੋਜ਼ ਹੁਣ ਜਦੋਂ ਪਾਣੀ ਜਿਹੜਾ ਹੈ ਰਿਸੀਡ ਕਰਨ ਲੱਗ ਗਿਆ ਹੈਗਾ ਤਾਂ ਫਿਰ ਸਭ ਤੋਂ ਵੱਡੀ ਚੁਣੌਤੀ ਹੀ ਹੈਲਥ ਦੀ ਹੋਣੀ ਹੈ, ਤਾਂ ਤੁਸੀਂ ਉਸ ਤੇ ਖਾਸ ਧਿਆਨ ਰੱਖੋ। ਤਾਂ ਇਦਾਂ ਦੀਆਂ ਉਹਨਾਂ ਨੇ ਕਾਫੀ ਮੈਨੂੰ ਡਾਇਰੈਕਸ਼ਨ ਜ਼ਰੂਰ ਹਸਪੀਟਲ ਤੋਂ ਹੀ ਦਿੱਤੀਆਂ ਸੀ। ਡਾਇਰੈਕਟ ਸੀਐਮ ਨਾਲ ਜੀ ਗੱਲਬਾਤ ਉਹਨਾਂ ਨੇ ਫੋਨ ਤੇ ਸਿੱਧੀ ਮੇਰੇ ਨਾਲ ਗੱਲ ਕੀਤੀ। ਖੁਸ਼ੀ ਹੋਈ ਜਾਂ ਹੌਸਲਾ ਵਧਿਆ ਜਾਂ ਲੱਗਾ? ਡੈਫੀਨਿਟਲੀ ਹਰ ਇੱਕ ਨੂੰ ਇਨਕਰੇਜਿੰਗ ਜ਼ਰੂਰ ਲੱਗਦਾ ਹੈ ਕਿ ਸੀਐਮ ਸਰ ਆਪ ਤੁਹਾਨੂੰ ਫੋਨ ਤੇ ਗੱਲ ਕਰਕੇ ਪੂਰੀ ਗੱਲ ਜਿਹੜੀ ਹੈ ਤੁਹਾਡੇ ਤੋਂ ਸਮਝ ਵੀ ਰਹੀ ਹੈ, ਜੈਨੂਇਨ ਫੀਡਬੈਕ ਖੁਦ ਲੈ ਰਹੀ ਹੈ, ਡਾਇਰੈਕਟਲੀ ਲੈ ਰਹੀ ਹੈ ਤੇ ਉਸ ਤੇ ਕੋਈ ਡਾਇਰੈਕਸ਼ਨ ਦੇ ਰਹੀ ਹੈ। ਬਹੁਤ ਵਧੀਆ ਲੱਗਦਾ ਹੈ। ਇਨਫੈਕਟ ਸਰ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਸੀਗਾ ਇੱਕ ਬੱਚੇ ਵਾਸਤੇ ਜਿਹੜਾ ਉਹਨੂੰ ਇੱਕ ਜਿਹੜੀ ਕਿਡਨੀ ਦੀ ਪ੍ਰੋਬਲਮ ਆ ਰਹੀ ਸੀਗੀ, ਬਟ ਦੈਟ ਉਹ ਬੱਚੇ ਕੋਲ ਸ਼ਾਇਦ 2 ਦਿਨ ਦੀ ਮੈਡੀਸਿਨ ਰਹਿ ਗਈ ਸੀਗੀ ਤੇ ਕਿਸੇ ਨਿਊਜ਼ ਚੈਨਲ ਨੇ ਹੀ ਕਵਰ ਕੀਤਾ ਸੀਗਾ। ਉਹ ਅੰਮ੍ਰਿਤਸਰ ਦਾ ਹੀ ਕੇਸ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਇਹ ਹਦਾਇਤ ਆ ਗਈ ਸੀਗੀ ਕਿ ਇਸ ਬੱਚੇ ਨੂੰ ਤੁਸੀਂ ਇਮੀਡੀਏਟਲੀ ਰੈਸਕਿਊ ਕਰਕੇ ਇਹਦੀ ਪੂਰੀ ਜਿਹੜੀ ਹੈਲਥ ਦੀ ਟ੍ਰੀਟਮੈਂਟ ਹੋਣੀ ਹੈ ਬੈਸਟ ਹਸਪੀਟਲ ਤੋਂ ਕਰਾ ਕੇ ਜੋ ਵੀ ਉਹਦਾ ਖਰਚਾ ਆਏਗਾ ਉਹ ਸਰਕਾਰ ਵੱਲੋਂ ਹੀ ਚਲਿਆ ਜਾਣਾ ਹੈ। ਸੋ ਸਰ ਨੇ ਕਾਫੀ ਨਿਗਾਹ ਰੱਖੀ ਸੀਗੀ ਭਾਵੇਂ ਉਹ ਹਸਪੀਟਲਾਈਜ਼ ਸੀਗੇ। ਮੈਮ ਅੱਜ ਤਾਂ ਹਾਲਾਤ ਕੰਟਰੋਲ 'ਚ ਆ ਗਏ, ਲੇਕਿਨ ਉਸ ਵੇਲੇ ਜਦੋਂ ਸਭ ਤੋਂ ਟਫ ਸਿਚੁਏਸ਼ਨ ਸੀ, ਇੱਕ ਪ੍ਰੈਸ਼ਰ ਲੋਕਾਂ ਨੂੰ ਬਚਾਉਣ ਦਾ, ਇੱਕ ਪ੍ਰੈਸ਼ਰ ਲੋਕਲ ਲੀਡਰਾਂ ਦਾ ਆਉਣ ਦਾ, ਇੱਕ ਪ੍ਰੈਸ਼ਰ ਸਿੰਗਰ ਆ ਰਹੇ ਨੇ, ਇੱਕ ਪ੍ਰੈਸ਼ਰ ਓਪੋਜੀਸ਼ਨ ਬਹੁਤ ਸਾਰੇ ਸਵਾਲ ਕਈ ਵਾਰ ਚੁੱਕਦੀ ਹੈ। ਉਸ ਵੇਲੇ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਮੈਂ ਸਭ ਤੋਂ ਪਹਿਲਾਂ ਇਹ ਚੀਜ਼ ਕਰਨੀ ਹੈ, ਉਸ ਤੋਂ ਬਾਅਦ ਬਾਕੀ ਜਵਾਬ ਮੈਂ ਬਾਅਦ ਵਿੱਚ ਦੇਵਾਂਗੀ? ਨਹੀਂ ਮੈਨੂੰ ਤਾਂ ਸੀਗਾ ਜੀ ਕਿ ਲੋਕਾਂ ਤੱਕ ਮਦਦ ਪਹੁੰਚੇ। ਹਾਂ ਸੋ ਜੇਕਰ ਕੋਈ ਸੇਵਾ ਭਾਵ ਨਾਲ ਵੀ ਆ ਰਿਹਾ ਸੀਗਾ, ਅਸੀਂ ਤਾਂ ਸਾਰਿਆਂ ਨੂੰ ਹੀ ਇਨਵੋਲਵ ਕਰ ਲਿਆ ਸੀਗਾ। ਹੁਣ ਵੀ ਤੁਸੀਂ ਦੇਖੋਗੇ ਜਿਹੜੇ ਬੰਨ ਵੀ ਅਸੀਂ ਬਣ ਰਹੇ ਹਾਂ ਦੁਬਾਰਾ, ਜਿਹੜੇ ਬ੍ਰੀਚ ਹੋ ਗਏ ਸੀਗੇ ਜਿੱਥੋਂ ਪਾਣੀ ਉੱਤੋਂ ਦੀ ਲੰਘ ਕੇ ਉਹ ਪੁਆਇੰਟਸ ਜਿੱਥੇ ਟੁੱਟ ਗਏ, ਸੋ ਉੱਥੇ ਹੁਣ ਜਿਵੇਂ ਮੈਨੂੰ ਹੈਗਾ ਕਿ ਦੁਬਾਰਾ ਇਹ ਪਰਿਸਥਿਤੀ ਕਦੀ ਵੀ ਆ ਸਕਦੀ ਹੈ ਉੱਤੇ ਕਿ ਰੱਬ ਨੇ ਲਿਖਿਆ ਹੈਗਾ ਜੰਮੂ ਐਂਡ ਕਸ਼ਮੀਰ 'ਚ ਕਿੰਨੀ ਕੁ ਮੀਂਹ ਪੈ ਜਾਂਦਾ ਸਾਨੂੰ ਨਹੀਂ ਪਤਾ। ਸੋ ਵੀ ਹੈਵ ਟੂ ਬੀ ਪ੍ਰੀਪੇਅਰਡ। ਸੋ ਇਹ ਆਪਾਂ ਖੁੱਲੇ ਜੇ ਛੱਡ ਦਿੰਦੇ ਤੇ ਆਪਾਂ ਰਿਲਾਈ ਕਰਦੇ ਕਿ ਸਿਰਫ ਡਿਪਾਰਟਮੈਂਟ ਇਸ ਬ੍ਰੀਚ ਨੂੰ ਭਰੇਗਾ ਤਾਂ ਬਹੁਤ ਟਾਈਮ ਲੱਗ ਜਾਣਾ ਸੀਗਾ। ਮੈਂ ਤਾਂ ਕਿਸੇ ਨੂੰ ਵੀ ਜੋ ਕਿ ਹੈਲਪ ਕਰ ਸਕਦਾ ਹੈ ਉਹਨਾਂ ਨੂੰ ਵੈਲਕਮ ਕਰਦੀ ਹਾਂ, ਬਿਕੋਜ਼ ਉਸ ਦੇ ਨਾਲ ਕੀ ਹੁੰਦਾ ਹੈ ਲੋਕਾਂ ਤੱਕ ਸਹੀ ਸਾਡਾ ਫਰਜ਼ ਬਣਦਾ ਕਿ ਲੋਕਾਂ ਤੱਕ ਸਹੀ ਰਿਲੀਫ ਪਹੁੰਚੇ। ਮੈਮ ਕਿਉਂਕਿ ਤੁਸੀਂ ਕਿਹਾ ਕਿ ਤੁਹਾਡੀ 5 ਸਾਲ ਦੀ ਬੇਟੀ ਹੈ ਜੀ, ਤੁਸੀਂ ਆਪਣੀ ਬੇਟੀ ਨੂੰ ਉਹ ਵਰਲਡ ਦੇਣਾ ਚਾਹੁੰਦੇ ਹੋ ਜਿੱਥੇ ਚਿੜੀਆਂ, ਨੇਚਰ, ਸਾਰਾ ਜੋ ਜਿਸ ਨੇਚਰ ਦਾ ਜ਼ਿਕਰ ਹੁੰਦਾ ਹੈ, ਲੇਕਿਨ ਹੁਣ ਜੋ ਜਿਸ ਤਰੀਕੇ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ, ਜਦੋਂ ਇਹ ਕਿਹਾ ਜਾ ਰਿਹਾ ਕਹਿੰਦੇ ਇਹ ਹੜ੍ਹ ਜਿਹੜੇ ਨੇ ਇਹ ਕੁਦਰਤ ਦੀ ਮਾਰ ਬਾਅਦ ਹੈ, ਇਹ ਮੈਨ ਮੇਡ ਹੈ। ਇਨਸਾਨ ਨੇ ਜਿਵੇਂ ਪਹਾੜਾਂ ਤੇ ਸੜਕਾਂ ਬਣਾ ਦਿੱਤੀਆਂ, ਨੇਚਰ ਨਾਲ ਖਿਲਵਾੜ ਕੀਤਾ ਔਰ ਨੇਚਰ ਰਿਪਲਾਈ ਕਰ ਰਿਹਾ। ਤੁਹਾਨੂੰ ਲੱਗਦਾ ਹੈ? ਦੇਖੋ ਸਾਨੂੰ ਡੈਫੀਨਿਟਲੀ ਇਹ ਧਿਆਨ 'ਚ ਤਾਂ ਰੱਖਣਾ ਪੈਣਾ ਹੈ ਜੀ ਕਿ ਕਲਾਈਮੇਟ ਜਿਹੜੀ ਰੈਜ਼ਿਲੀਅੰਸ ਹੈ ਉਹ ਸਾਡੇ ਹੀ ਪਾਲਿਸੀਜ਼ ਦੇ ਵਿੱਚ ਆਉਣੀ ਜ਼ਰੂਰੀ ਹੈ। ਇਹ ਸਿਰਫ ਇੱਕ ਪੰਜਾਬ ਦਾ ਮੁੱਦਾ ਨਹੀਂ ਹੈ। ਆਪਾਂ ਦੇਖੀਏ ਜੰਮੂ ਐਂਡ ਕਸ਼ਮੀਰ, ਹਿਮਾਚਲ, ਈਵਨ ਇਨਫੈਕਟ ਚੇਨਈ ਦੇ ਵਿੱਚ ਕਿੰਨੇ ਬੁਰੇ ਫਲੱਡਸ ਆਏ ਸੀਗੇ, ਅਸੀਂ ਸਾਰਿਆਂ ਨੇ ਹੀ ਦੇਖਿਆ ਹੈਗਾ। ਉਹ ਅਰਬਨ ਫਲੱਡ ਸੀਗੇ, ਨਾਲੇ ਉਹ ਸੇਮ ਕੰਡੀਸ਼ਨ ਤੁਹਾਨੂੰ ਲੱਗਦਾ ਮੈਨ ਮੇਡ ਹੈ ਜਾਂ ਤੁਹਾਨੂੰ ਲੱਗਦਾ ਨੇਚਰ ਨੇ ਜਵਾਬ ਦਿੱਤਾ? ਨਹੀਂ ਡੈਫੀਨਿਟਲੀ ਵਾਟ ਆਈ ਐਮ ਟ੍ਰਾਈਂਗ ਟੂ ਸੇ ਇਜ਼ ਦਿਸ ਓਨਲੀ ਕਿ ਆਪਾਂ ਇਹ ਹੈ ਤਾਂ ਚਲੋ ਕੁਦਰਤੀ ਇੱਕ ਕੁਦਰਤ ਵੱਲੋਂ ਜਿਹੜਾ ਇੱਕ ਨੈਚੁਰਲ ਡਿਜ਼ਾਸਟਰ ਹੋਇਆ, ਬਟ ਜਦੋਂ ਤੱਕ ਅਸੀਂ ਨੇਚਰ ਦੇ ਕੀ ਕੈਰੀਇੰਗ ਕੈਪੈਸਿਟੀ ਹੈ ਪਲੈਨਟ ਦੀ, ਉਸ ਚੀਜ਼ ਨੂੰ ਨਹੀਂ ਰਿਸਪੈਕਟ ਕਰਾਂਗੇ ਸੋ ਇਹ ਚੀਜ਼ਾਂ ਹੋ ਸਕਦੀਆਂ ਹੈ। ਜਿਵੇਂ ਹੁਣ ਜੇ ਕਲਾਊਡ ਬਰਸਟ ਹੁੰਦਾ ਹੈ ਉਹਦੇ ਤਾਂ ਚਲੋ ਕਿਸੇ ਦਾ ਕੰਟਰੋਲ ਨਹੀਂ ਹੈ, ਬਟ ਉਹ ਕੀ ਟੈਂਪਰੇਚਰਸ ਰਾਈਜ਼ ਕਰਕੇ ਇਦਾਂ ਦੀ ਸਥਿਤੀ ਪੈਦਾ ਹੋਈ ਹੈ। ਐਟਮੋਸਫੇਅਰਿਕ ਟੈਂਪਰੇਚਰ ਇਸ ਲਈ ਚੇਂਜ ਹੋਇਆ ਹੈ ਬਿਕੋਜ਼ ਇਟ ਇਜ਼ ਨਾਟ ਜਸਟ ਕਿ ਰੋਡਸ ਬਣ ਗਈਆਂ, ਇਟ ਇਜ਼ ਕਿ ਕਿੰਨੀ ਕੁ ਟੈਂਪਰੇਚਰ ਦੇ ਵਿੱਚ ਚੇਂਜ ਹੋਇਆ ਹੈ। ਅੱਜ ਦੇਰ ਆਰ ਸਰਟਨ ਪੁਆਇੰਟਸ ਜਿੱਥੇ ਗਲੇਸ਼ੀਅਰਸ ਜਿਹੜੇ ਦਿਸਦੇ ਸੀਗੇ ਹੁਣ ਉਹ ਕੰਪਲੀਟਲੀ ਖਤਮ ਹੋ ਚੁੱਕੇ ਉੱਥੋਂ। ਇਹਨਾਂ ਚੀਜ਼ਾਂ ਦਾ ਤਾਂ ਇੰਪੈਕਟ ਆਉਣਾ ਹੀ ਹੈ ਜੀ, ਤੇ ਮੈਨੂੰ ਲੱਗਦਾ ਹੈ ਕਿ ਕਲਾਈਮੇਟ ਰੈਜ਼ਿਲੀਅੰਸ ਇੱਕ ਬਹੁਤ ਵੱਡੀ ਐਂਡ ਇੰਪੋਰਟੈਂਟ
ਪਾਰਟ ਆਫ ਆਵਰ ਪਾਲਿਸੀ ਮੇਕਿੰਗ ਹੋਣੀ ਚਾਹੀਦੀ, ਨਾਟ ਜਸਟ ਮੈਂ ਲੋਕਲੀ ਨਹੀਂ ਗੱਲ ਕਰ ਰਹੀ, ਲੋਕਲੀ ਤਾਂ ਕਰਨਾ ਹੀ ਕਰਨਾ ਹੈ, ਹਰ ਇੱਕ ਘਰ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਆਪਾਂ ਸਸਟੇਨੇਬਲ এনवायरमेंट ਬਣਾਈਏ, ਪਲਾਸਟਿਕ ਨਾ ਯੂਜ਼ ਕਰੀਏ, ਜਾਂ ਇਹ ਛੋਟੀ ਛੋਟੀ ਗੱਲਾਂ ਤੋਂ ਲੈ ਕੇ ਵੱਡੀ ਵੱਡੀ ਪਾਲਿਸੀਜ਼ ਤੱਕ। ਮੈਮ ਕਿਉਂਕਿ ਤੁਸੀਂ ਕਿਹਾ ਕਿ ਜਦੋਂ ਹੜ੍ਹ ਸੀਗੇ ਫੀਮੇਲ ਤੁਹਾਡੇ ਨਾਲ ਬੜੇ ਆਸਾਨੀ ਨਾਲ ਗੱਲ ਕਰ ਰਹੇ ਸੀਗੇ, ਔਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ 10ਵੀਂ 12ਵੀਂ ਚ ਨੇ BA ਕਰ ਰਹੀਆਂ, ਉਹ ਅੱਜ ਚਾਹੁੰਦੀਆਂ ਨੇ ਕਿ ਅਸੀਂ ਸਾਕਸ਼ੀ ਵਰਗੀ ਬਣੀਏ। ਤੁਸੀਂ ਇਹ ਜਦੋਂ ਰਸਤਾ ਚੁਣਿਆ ਤੁਹਾਡੇ ਲਈ ਕੀ ਚੈਲੰਜ ਸੀ, ਔਰ ਤੁਸੀਂ ਸ਼ੁਰੂ ਤੋਂ ਬਿਊਰੋਕ੍ਰੇਸੀ ਚ ਆਉਣਾ ਚਾਹੁੰਦੇ ਸੀ, ਜਾਂ ਕਈ ਕੁੜੀਆਂ ਹੁੰਦੀਆਂ ਜਿਹੜੀਆਂ ਕੀ ਕਹਿੰਦੀਆਂ ਕਿ ਮੈਂ ਸਪੋਰਟਸ ਆਉਣਾ ਚਾਹੁੰਦੀ ਹਾਂ, ਕਈ ਕੁੜੀਆਂ ਅਜਿਹੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਕਿ ਮੈਂ ਅਲੱਗ ਸੈਕਟਰ 'ਚ ਜਾਣਾ ਚਾਹੁੰਦੀ ਹਾਂ, ਕਿਉਂਕਿ ਫੈਮਿਲੀ 'ਚ IRS ਫਾਦਰ ਸਾਹਿਬ ਸੀਗੇ, ਬਿਊਰੋਕ੍ਰੇਸੀ 'ਚ ਉਹਨਾਂ ਨੇ ਪਾਤਾ। ਤੁਹਾਡਾ ਬਚਪਨ ਦੇ ਕੀ ਸ਼ੌਂਕ ਸੀ ਔਰ ਤੁਸੀਂ ਦਿਲੋਂ ਕੀ ਬਣਨਾ ਚਾਹੁੰਦੇ ਸੀ? ਨਹੀਂ, ਇਨਫੈਕਟ ਮੇਰੇ ਫਾਦਰ ਨੇ ਕਿਹਾ ਤਾਂ ਜ਼ਰੂਰ ਹੋਣਾ ਦੋਨਾਂ ਹੀ ਕੁੜੀਆਂ ਨੂੰ ਕਿ ਇੱਕ ਡਾਕਟਰ ਬਣ ਜਾਓ, ਹਰੇਕ ਦਾ ਅਰਮਾਨ ਹੁੰਦਾ ਹੈ, ਤੇ ਇੱਕ UPSC ਜ਼ਰੂਰ ਲਿਖ ਲਓ। ਬਟ ਉਸ ਟਾਈਮ ਤੇ ਫ੍ਰੈਂਕਲੀ ਪੇਰੈਂਟਸ ਨੇ ਹਮੇਸ਼ਾ ਮੈਨੂੰ ਸਪੋਰਟ ਹੀ ਕੀਤਾ, ਬਿਕੋਜ਼ ਸਭ ਤੋਂ ਪਹਿਲੇ ਤਾਂ ਮੈਂ ਲਾਅ ਚੂਜ਼ ਕੀਤੀ ਸੀਗੀ। ਮੇਰਾ ਮਨ ਤਾਂ ਇਹ ਸੀਗਾ, ਹਾਂਜੀ ਮੇਰਾ ਮਨ ਤਾਂ ਇਹ ਸੀਗਾ ਕਿ ਮੈਂ ਲਾਇਰ ਬਣਨਾ ਹੈ। ਬਟ ਉਹ ਚਲੋ ਜਿਸ ਤਰੀਕੇ ਨਾਲ ਜ਼ਿੰਦਗੀ ਲਿਖੀ ਹੈ, ਆਪਣੇ ਐਕਸਪੋਜ਼ਰ ਜਿਸ ਤਰੀਕੇ ਦੇ ਹੁੰਦੇ ਹੈ, ਹਾਂਜੀ। ਬਚਪਨ ਤੋਂ ਤੁਸੀਂ ਲਾਇਰ ਵਾਲੇ ਪਾਸੇ ਜਾਣਾ ਚਾਹੁੰਦੇ ਸੀ ਜਾਂ ਵਕਤ-ਵਕਤ, ਕਿਉਂਕਿ ਉਮਰ ਦੇ ਹਿਸਾਬ ਨਾਲ ਬਦਲਦਾ ਕਈ ਵਾਰ ਸਪੋਰਟਸ ਦੇ ਹਿਸਾਬ ਨਾਲ ਹਰੇਕ ਦਾ ਬਦਲਦਾ ਰਹਿੰਦਾ ਹੈ। ਕਦੀ ਮੈਂ ਆਰਕੀਓਲੋਜਿਸਟ ਵੀ ਬਣਨਾ ਚਾਹੁੰਦੀ ਸੀਗੀ, ਮਤਲਬ ਹਰੇਕ ਦਾ ਮਰੀਨ ਬਾਇਓਲੋਜਿਸਟ ਬਣਨਾ ਚਾਹੁੰਦੀ, ਮਤਲਬ ਹਰੇਕ ਦਾ ਅਲੱਗ-ਅਲੱਗ ਹੁੰਦਾ ਹੈ। ਬਟ ਫਾਈਨਲੀ ਆਈ ਸੈਟਲਡ ਔਨ ਲਾਅ, ਬਿਕੋਜ਼ मतलब even now I feel कि frankly एक law background होना बहुत ही वधिया गल है, because even administrative decisions ਦੇ ਵਿੱਚ ਨਾ ਤੁਹਾਨੂੰ ਲੱਗਦਾ ਹੈ ਕਿ principles of equality, fairness, justice, equity, ਇਹ ਚੀਜ਼ਾਂ ਆਪਾਂ ਚੈਲੰਜ ਕੀ ਸੀ? ਮਤਲਬ ਕਈ ਵਾਰ ਹੁੰਦਾ ਕੋਈ ਗਰੀਬ ਪਰਿਵਾਰ ਤੋਂ ਹੁੰਦਾ, ਹਾਲਾਂਕਿ ਤੁਸੀਂ ਤੇ IRS ਪਰਿਵਾਰ ਤੋਂ ਸੀ, ਲੇਕਿਨ ਕੁੜੀ ਦੇ ਲਈ ਕੋਈ ਨਾ ਕੋਈ ਚੁਣੌਤੀਆਂ ਰਹਿੰਦੀਆਂ ਨੇ, ਕਈ ਵਾਰ ਸਮਾਜ ਦੀਆਂ, ਕਈ ਵਾਰ ਸਿਸਟਮ ਦੀਆਂ, ਕਈ ਵਾਰ ਸਿਸਟਮ 'ਚ ਆ ਕੇ। ਸਾਕਸ਼ੀ ਲਈ ਸਭ ਤੋਂ ਵੱਡਾ ਚੈਲੰਜ ਤੇ ਚੁਣੌਤੀਆਂ ਕੀ ਰਹੀਆਂ ਨੇ? ਆਈ ਥਿੰਕ ਮੋਰ ਦੈਨ, ਮੈਂ ਉਹਨੂੰ ਚੁਣੌਤੀ ਤਾਂ ਨਹੀਂ ਕਹਾਂਗੀ ਜੀ, ਮੈਂ ਉਹਨੂੰ ਇੱਕ ਲਰਨਿੰਗ ਕਰਵ ਹੀ ਕਹਾਂਗੀ। ਬਿਕੋਜ਼ ਜਿਵੇਂ ਮੈਂ ਜਦੋਂ ਸ਼ੁਰੂਆਤ ਕੀਤੀ, ਮੈਂ ਮੁਕਤਸਰ ਦੇ ਵਿੱਚ ACUT ਸੀਗੀ, ਤੇ ਮੈਨੂੰ ਉਦੋਂ ਸ਼ਾਇਦ ਪੰਜਾਬੀ ਵੀ ਇੰਨੀ ਨਹੀਂ ਆਉਂਦੀ, ਤੁਸੀਂ ਦਿੱਲੀ ਤੋਂ ਸੀਗੀ। ਮੇਰੀ ਮਦਰ ਹਾਲਾਂਕਿ ਉਹਨਾਂ ਦੀ ਮਤਲਬ ਉਹ ਬੋਲਦੇ ਆ ਪੰਜਾਬੀ, ਉਹ ਲੁਧਿਆਣਾ ਤੋਂ ਹੈਗੇ, ਬਿਲੋਂਗ ਕਰਦੇ ਐਕਚੁਅਲੀ, ਉਹਨਾਂ ਦਾ ਦਿੱਲੀ ਤੁਹਾਡਾ ਬਰਥ ਹੋਇਆ? ਹਾਂਜੀ। ਸੋ ਤੁਹਾਡੇ ਫਾਦਰ ਸਾਹਿਬ? ਮੇਰੇ ਫਾਦਰ ਦਿੱਲੀ ਤੋਂ ਬਿਲੋਂਗ ਕਰਦੇ ਆ। ਤੁਸੀਂ ਜਦੋਂ ਪੰਜਾਬ ਆਏ ਉਦੋਂ ਪੰਜਾਬੀ ਨਹੀਂ ਬੋਲਣੀ ਆਉਂਦੀ ਸੀ? ਨਹੀਂ, ਇੰਨਾ ਨਹੀਂ ਆਉਂਦਾ ਸੀਗਾ ਜੀ, ਸਾਨੂੰ ਪੜਾਇਆ ਜ਼ਰੂਰ ਜਾਂਦਾ ਸੀ, ਐਗਜ਼ਾਮ ਵੀ ਪਾਸ ਕਰਦੇ, ਪਰ ਹਰੇਕ ਦੇ ਵਿੱਚ ਇੱਕ ਹਿਚਕ ਹੁੰਦੀ ਹੈ। ਬਟ ਮਤਲਬ ਮੈਨੂੰ ਲੱਗਦਾ ਕਿ ਮੈਂ ਮੁਕਤਸਰ ਦੇ ਵਿੱਚ ਰਹਿ ਕੇ ਉੱਥੇ ਲੋਕਾਂ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ, ਕਿਵੇਂ ਬੋਲਦੇ ਹੈ, ਬੜੇ ਸਾਰੇ ਲੋਕ ਮੇਰੇ ਨਾਲ ਹੈ, ਉਹ ਬਹੁਤ ਖੁਸ਼ ਬਾਈ ਜੀ ਕਹਿ ਕੇ ਉੱਥੋਂ ਤਰੀਕਾ ਹੀ ਹੋਰ ਹੈ ਗੱਲ ਕਰਨ ਦਾ, ਕਿਉਂਕਿ ਕਹਿੰਦੇ ਨਾ 20 ਕਿਲੋਮੀਟਰ ਤੇ ਪੰਜਾਬੀ ਬਦਲ ਜਾਂਦੀ ਹੈ, ਉੱਥੋਂ ਦੀ ਪੰਜਾਬੀ ਦਾ ਸਟਾਈਲ ਅਲੱਗ ਹੈ। ਜੀ ਜੀ ਬਿਲਕੁਲ। ਜਦੋਂ ਤੁਸੀਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ, ਤੁਸੀਂ ਕਿਹਾ ਕਿ ਉਦੋਂ ਨਹੀਂ ਆਉਂਦੀ ਸੀ, ਮੁਕਤਸਰ ਆਏ, ਉਸ ਵੇਲੇ ਤੁਸੀਂ ਦੱਸ ਰਹੇ ਸੀਗੇ ਕਿ ਕੀ ਚੁਣੌਤੀ, ਕੀ ਸੰਘਰਸ਼, ਕੀ ਚੈਲੰਜ? ਸੋ ਮੈਨੂੰ ਲੱਗਦਾ ਹੈ ਕਿ ਉੱਥੇ ਵੀ ਮਤਲਬ ਮੈਨੂੰ ਲੱਗਦਾ ਹੈ ਕਿ ਆਈ ਐਮ ਨਾਟ ਸੋ ਸਰਟਨ ਕਿ ਇੱਕ ਔਰਤਾਂ ਕਰਕੇ ਇੱਕ ਮੁਸੀਬਤ ਜਾਂ ਕੋਈ ਚੁਣੌਤੀ ਸੀਗੀ, ਬਟ ਰੋਜ਼ ਇੱਕ ਨया ਲਰਨਿੰਗ ਐਕਸਪੀਰੀਅੰਸ ਮੇਰੇ ਲਈ ਜ਼ਰੂਰ ਸੀਗਾ। ਈਵਨ ਐਜ਼ SDM ਬਠਿੰਡਾ, ਮੈਨੂੰ ਯਾਦ ਹੈ ਕਿ ਮੈਨੂੰ ਮੇਰੇ ਨਾਲ ਸ਼ਾਇਦ ਕੋਈ ਆਫਿਸਰਸ ਹੋਰ ਵੀ ਖੜੇ ਸੀਗੇ, ਉਹ ਪੁੱਛੇ ਜਾਂਦੇ ਸੀਗੇ ਕਿ SDM ਕਿੱਥੇ ਨੇ, SDM ਕਿੱਥੇ ਨੇ, ਮਤਲਬ ਉਹ ਉਦੋਂ ਮੈਂ SDM ਸੀ, ਤੁਸੀਂ ਇਦਾਂ ਸੀਗੇ, ਕੋਈ ਪਛਾਣ ਹੀ ਨਹੀਂ ਰਿਹਾ ਸੀ। ਹਾਂ, ਸੋ ਉਹ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਲੱਗਿਆ। ਬਟ ਪੁਆਇੰਟ ਇਜ਼ ਕਿ ਇੱਕ ਜਿਵੇਂ ਮੈਂ ਕਹਿ ਰਹੀ ਕਿ ਗਲਾਸ ਸੀਲਿੰਗ ਸਾਡੇ ਪਹਿਲਾਂ ਹੀ ਸਾਡੀ ਜਿਹੜੇ ਕਾਡਰ ਦੇ ਵਿੱਚ ਜਿਹੜੀ ਵਿਮਨ ਆਫਿਸਰ ਸੀਗੀਆਂ ਉਹਨਾਂ ਨੇ ਤੋੜ ਦਿੱਤੀਆਂ। ਤੇ ਹੁਣ ਵੀ ਇੱਕ ਆਫ ਕੋਰਸ ਜਿਵੇਂ ਅੰਮ੍ਰਿਤਸਰ ਦੀ ਵੀ ਤੁਸੀਂ ਗੱਲ ਕਰ ਲਓ, ਇੱਥੇ ਵੀ ਐਜ਼ ਅ ਵੂਮਨ ਆਫਟਰ 177 ਮੇਲਸ ਇੱਕ ਲੇਡੀ ਆਈ ਹੈ। ਜਾਂ ਤੁਸੀਂ ਜਦੋਂ ਲੁਧਿਆਣਾ ਵੱਡਾ ਜ਼ਿਲ੍ਹਾ ਲੁਧਿਆਣਾ ਵੀ ਤੁਸੀਂ ਦੇਖ ਲਓ, ਉੱਥੇ ਸੁਰਭੀ ਮਲਿਕ ਨੂੰ ਐਜ਼ ਫਰਸਟ ਲੇਡੀ, ਫਿਰੋਜ਼ਪੁਰ, ਇਹੋ ਜਿਹੇ ਵੱਡੇ ਜ਼ਿਲ੍ਹੇ ਪਹਿਲਾਂ ਕਦੀ ਇਸ ਤਰੀਕੇ ਨਾਲ ਲੇਡੀਜ਼ ਨੂੰ ਨਹੀਂ ਦਿੱਤੇ ਗਏ ਸੀਗੇ। ਪਟਿਆਲਾ ਆਲਸੋ, ਇਹ ਸਾਰੇ ਇਸ ਡਿਊਰਿੰਗ ਦਿਸ ਟਾਈਮ, ਮਤਲਬ honestly lot of gratitude to this government, because even SSPs ਜਿਹੜੀਆਂ ਔਰਤਾਂ ਹੈਗੀਆਂ, ਕਾਫੀ women ਨੂੰ ਇਸ ਵਾਰੀ as heads of police and heads of district ਲਗਾਇਆ ਗਿਆ ਤੇ ਇੱਕ ਮੌਕਾ ਦਿੱਤਾ ਗਿਆ। ਬਿਕੋਜ਼ frankly speaking ਮੈਨੂੰ ਇੰਨਾ ਨਹੀਂ ਲੱਗਦਾ ਕਿ ਦੇਖੋ ਰਾਤ ਨੂੰ ਵੀ ਅਸੀਂ ਨਿਕਲ ਜਾਂਦੇ ਹੈਗੇ ਹਾਂ, ਕੋਈ ਸਾਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਕਿ ਯੂ ਨੋ, ਹਾਲਾਂਕਿ ਘਰ ਦੇ ਵਿੱਚ ਤਾਂ ਸਾਰਿਆਂ ਦੇ ਹੁਣ ਬੱਚੇ ਵੀ ਹੈਗੇ ਹੈ, ਬਜ਼ੁਰਗ ਵੀ ਹੈਗੇ ਹੈ,
ਬਟ ਮੈਨੂੰ ਲੱਗਦਾ ਇੱਕ ਤਾਂ ਚਲੋ ਸਾਡੇ ਪਰਿਵਾਰ ਵਿੱਚ ਸ਼ਾਇਦ ਥੋੜੇ ਜੇ ਐਕਸੈਪਟਿੰਗ ਹੈਗੇ ਹੈ, ਇੱਕ ਸਪੋਰਟ ਉਹਨਾਂ ਦਾ ਤਾਂ ਜ਼ਰੂਰ ਹੈਗਾ ਹੈ, ਬਟ ਆਈ ਥਿੰਕ ਹੁਣ ਜੇ ਤੁਸੀਂ ਕਿਸੇ ਵੀ ਆਫਿਸਰ ਨੂੰ ਦੇਖੋਗੇ ਉਹਨੂੰ ਇਹ ਨਹੀਂ ਮਹਿਸੂਸ ਹੋਣਾ ਕਿ ਇੱਕ ਲੇਡੀ ਕਰਕੇ ਹੈਂਡੀਕੈਪ ਹੈ। ਆਈ ਡੋਂਟ ਥਿੰਕ ਕਦੀ ਹੋਇਆ ਜਦੋਂ ਤੁਸੀਂ ਪੜ੍ਹਦੇ ਸੀ, ਹਾਂਜੀ, ਕਦੀ ਕੋਈ ਅਜਿਹਾ ਵਾਕਿਆ ਹੋਇਆ ਹੋਵੇ ਕਿ ਡਰ ਦਾ ਮਾਹੌਲ ਬਣਿਆ ਹੋਵੇ, ਕਿਸੇ ਨੇ ਛੇੜਿਆ ਹੋਵੇ, ਕਿਸੇ ਨੇ ਛੇੜਖਾਨੀ ਦੀ ਕੋਸ਼ਿਸ਼ ਕੀਤੀ ਹੋਵੇ? I think we have all gone through such experiences ਕਿ ਜਿੱਥੇ ਆਪਾਂ ਬੱਸ ਲੈਂਦੇ ਹਾਂ ਤਾਂ ਕੋਈ ਨਾ ਕੋਈ ਹੁੱਲੜਬਾਜ਼ੀ ਜਾਂ ਇਸ ਤਰੀਕੇ ਦੀਆਂ ਗੱਲਾਂ, ਐਂਡ ਆਈ ਥਿੰਕ ਉਹ ਸਾਨੂੰ ਬਹੁਤ ਸੈਂਸਿਟਾਈਜ਼ ਜ਼ਰੂਰ ਕਰਦਾ ਹੈ ਕਿ ਮੈਂ ਉਹੀ ਗੱਲ ਕਹਿ ਰਹੀ ਨਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜੀ ਤੁਸੀਂ ਬੈਗ 'ਚ ਸਪਰੇਅ ਤਾਂ ਨਹੀਂ ਰੱਖਦੇ ਸੀ? ਜਾਂ ਕਈ ਵਾਰ ਕੁੜੀਆਂ ਦਿੱਲੀ ਦੀਆਂ ਕਈ ਵਾਰੀ ਸਪਰੇਅ ਰੱਖਦੀਆਂ, ਮਿਰਚ ਵਾਲੀ ਸਪਰੇਅ ਰੱਖਦੀਆਂ। ਕਈ ਵਾਰੀ ਜਦੋਂ ਅਸੀਂ ਇੰਟਰ ਡਿਸਟ੍ਰਿਕਟ ਟਰੈਵਲ ਕਰਨਾ ਹੁੰਦਾ ਸੀਗਾ, ਮੈਂ ਬੱਸ ਲੈ ਕੇ ਵੀ ਜਾਂਦੀ ਸੀਗੀ ਪੂਨੇ, ਮੇਰੇ ਫਾਦਰ ਦੀ ਪੋਸਟਿੰਗ ਸੀਗੀ ਤੇ ਪੂਨੇ ਟੂ ਹੈਦਰਾਬਾਦ ਮੈਂ ਬੱਸ ਤੇ ਜਾਂਦੀ ਸੀਗੀ, ਤਾਂ ਉਦੋਂ ਵੀ I used to carry all ਛੇੜਿਆ ਕਦੀ ਕਿਸੇ ਨੇ ਜਾਂ ਛੇੜਿਆ? Definitely we have all gone through such experiences. ਕੀ ਜਵਾਬ ਹੁੰਦਾ ਸੀ? ਨਹੀਂ ਅਸੀਂ ਡੱਬਾ ਵੀ ਹੁੰਦਾ ਬੜੇ ਸੀ ਜਾਂ ਹਾਂਜੀ ਅਸੀਂ ਤਾਂ ਬੜੇ ਧਾਕੜ ਹੋ ਕੇ ਹੀ ਗੱਲ ਕਰਦੇ ਸੀਗੇ ਜੀ, ਮਤਲਬ ਮੇਰੇ ਪੇਰੈਂਟਸ ਨੇ ਤਾਂ ਮੈਨੂੰ ਇਹੀ ਸਿਖਾਇਆ। ਕਦੀ ਡਰ ਲੱਗਾ? ਕਦੀ ਸ਼ਾਮ ਨੂੰ ਡਰ ਵੀ ਲੱਗਦਾ ਹੁੰਦਾ ਸੀਗਾ, ਬਟ ਆਪਾਂ ਨੂੰ ਸਿਖਾਇਆ ਵੀ ਇਸ ਤਰ੍ਹਾਂ ਮੈਨੂੰ ਤਾਂ ਇਹ ਚੀਜ਼ ਸਿਖਾਉਂਦੀ ਵੀ ਹੈ। ਤੁਸੀਂ ਹੁਣ ਜਦੋਂ ਤੁਹਾਡੇ ਕੋਲ ਸਾਰੀ ਪਾਵਰ ਆ ਗਈ, ਤੁਸੀਂ ਉਸ ਚੀਜ਼ ਨੂੰ ਸਿੱਖ ਕੇ ਉਸ ਤੇ ਕੰਮ ਕਰਦੇ ਹੋਵੋਗੇ। ਜੀ ਬਿਲਕੁਲ, ਮਤਲਬ ਇਹ ਸਾਰੇ ਐਕਸਪੀਰੀਐਂਸਸ ਹੈ ਜੀ। ਹੁਣ ਜਿਵੇਂ ਅਸੀਂ ਮਤਲਬ ਵੀ ਹੈਵ ਆਲਵੇਜ਼ ਸੈਡ ਕਿ ਜਿਹੜੇ ਬੱਚੇ ਉਹਨਾਂ ਨੂੰ ਕਰਾਟੇ, ਜੂਡੋ, ਸੈਲਫ ਡਿਫੈਂਸ ਇਹ ਚੀਜ਼ਾਂ ਆਉਣੀਆਂ ਚਾਹੀਦੀਆਂ, ਇੱਕ ਸੈਲਫ ਕੌਨਫੀਡੈਂਸ ਵੀ ਬਿਲਡ ਹੁੰਦਾ। ਤੁਸੀਂ ਆਪਣੀ ਬੇਟੀ ਨੂੰ ਸਿਖਾ ਰਹੇ ਹੋ? ਡੈਫੀਨਿਟਲੀ। ਬੇਟੀ ਨੂੰ ਬਣਾਉਣਾ ਕੀ ਚਾਹੁੰਦੇ ਹੋ? ਹਾਲਾਂਕਿ ਬੇਟੀ ਦੀ ਇੱਛਾ ਹੁੰਦੀ ਹੈ, ਲੇਕਿਨ ਹੁੰਦਾ ਕਈ ਵਾਰ ਕਿ ਮੇਰਾ ਇਹ ਸੁਪਨਾ ਅਧੂਰਾ ਰਹਿ ਗਿਆ। ਸਾਕਸ਼ੀ ਦਾ ਕੋਈ ਅਧੂਰਾ ਸੁਪਨਾ ਹੈ? ਨਹੀਂ, ਓਨੈਸਟਲੀ ਮੈਂ ਆਪਣਾ ਸੁਪਨਾ ਜੀ ਰਹੀ ਹਾਂ, ਕੋਈ ਮਤਲਬ ਅਧੂਰਾ ਸੁਪਨਾ, ਕੋਈ ਖੁਆਇਸ਼ ਕਿ ਹਾਂ ਮੈਂ ਲਾਈਫ 'ਚ ਇਹ ਚੀਜ਼ ਰਹਿ ਗਈ? ਨਹੀਂ, ਹਲੇ ਤਾਂ ਲਾਈਫ ਪੜੀ ਹੈ ਮੇਰੀ ਜੀ। ਨਹੀਂ, ਕਈ ਵਾਰ ਹੁੰਦਾ ਕਿ ਇਹ ਚੀਜ਼ ਜਿਹੜੀ ਹੈ ਇਹ ਮੈਂ ਟਾਰਗੇਟ ਹੈ ਜਾਂ ਭਵਿੱਖ ਵਿੱਚ ਇਹ ਚੀਜ਼ ਮੈਂ ਅਚੀਵ ਕਰਨੀ ਹੈ। ਨਹੀਂ, ਆਈ ਐਮ ਵੈਰੀ ਗ੍ਰੇਟਫੁਲ ਐਂਡ ਫॉर ਜਿੰਨਾ ਵੀ ਕੁਝ ਮੈਨੂੰ ਹੁਣ ਤੱਕ ਮਿਲਿਆ ਹੈ, ਐਂਡ ਮਤਲਬ ਲਾਈਫ ਮੇਰੀ ਕਾਫੀ ਲੰਬੀ ਪਈ ਹੈ ਹੋਪਫੁਲੀ। ਸੋ ਹੁਣ ਤਾਂ ਤੁਹਾਨੂੰ ਰਾਜਨੀਤੀ ਆਫਰ ਬੜੇ ਆਣਗੇ, ਸਿਆਸੀ ਆਫਰ ਕਦੀ ਨਹੀਂ ਆਣਾ ਰਾਜਨੀਤੀ 'ਚ। ਨਹੀਂ, ਇਹ ਚੀਜ਼ਾਂ ਤੋਂ ਮਤਲਬ ਓਨੈਸਟਲੀ ਮੈਂ ਨਾ ਉਹਦੇ ਲਈ ਵੀ ਇੱਕ ਸਪੈਸ਼ਲ, ਹਰ ਇੱਕ ਦਾ ਨਾ ਇੱਕ ਸਪੈਸ਼ਲ ਟੈਲੈਂਟ ਚਾਹੀਦਾ ਹੁੰਦਾ ਹੈ। ਉਹ ਮੇਰਾ ਲਾਈਕ ਆਈ ਸੈਡ, ਮੈਂ ਕੈਮਰਾ ਤੋਂ ਵੀ ਇੰਨਾ ਕੋਈ ਤੁਸੀਂ ਸੋਚੇ ਜਗਦੇ ਸ਼ਾਈ ਫੀਲ ਕਰਦੇ ਹੋ ਕਿ ਕੈਮਰੇ ਅੱਗੇ ਗੱਲ ਨਹੀਂ ਕਰਨੀ ਜਾਂ ਨਹੀਂ, ਮਤਲਬ ਰਾਜਨੀਤੀ 'ਚ ਕਦੀ ਨਹੀਂ ਸੋਚਿਆ? ਕਈ ਵਾਰ ਹੁੰਦਾ ਨਾ ਕੋਈ IPS IAS ਜਿਹੜੇ ਸੋਚਦੇ ਆ ਕਿ ਰਿਟਾਇਰ ਹੋ ਕੇ ਮੈਂ ਰਾਜਨੀਤੀ 'ਚ, ਕਈ ਆਏ ਵੀ, ਕਈ ਸਕਸੈਸਫੁਲ ਵੀ ਸਟੋਰੀਆਂ ਨੇ, ਕਦੀ ਨਹੀਂ ਇਹ ਸੋਚਿਆ? ਆਈ ਐਮ ਸ਼ੋਰ ਕਿ ਜਿਹੜੇ ਲੋਕ ਕਰ ਸਕਦੇ ਉਹ ਜ਼ਰੂਰ ਉਸ ਦੇ ਵਿੱਚ ਉਭਰ ਕੇ ਆਉਣਗੇ, ਬਟ ਫॉर ਮੀ ਆਈ ਐਮ ਵੈਰੀ ਹੈਪੀ ਇਨ ਦ ਕੈਰੀਅਰ ਪਾਥ ਜਿਹੜਾ ਮੈਂ ਚੂਜ਼ ਕੀਤਾ ਹੈ। ਤੇ ਇਫ ਯੂ ਆਸਕ ਅਬਾਊਟ ਮਾਈ ਡਾਟਰ, ਤਾਂ ਮੈਂ ਤਾਂ ਇੰਨਾ ਕੁਝ ਚਾਹੁੰਦੀ ਦੈਟ ਸ਼ੀ ਸ਼ੁਡ ਬੀ ਅ ਹੈਪੀ ਪਰਸਨ ਐਂਡ ਅ ਗੁੱਡ ਹਿਊਮਨ ਬੀਇੰਗ, ਔਰ ਸੈਲਫ ਡਿਪੈਂਡੈਂਟ, ਤਾਂ ਕਿ ਜੂਡੋ ਆਨ, ਕਰਾਟੇ ਆਨ, ਕਿ ਕੋਈ ਅਗਰ ਕੋਈ ਛੇੜੇ ਜਾਂ ਕੁਝ ਕਰੇ ਤਾਂ ਫਿਰ ਉਹ ਰਿਪਲਾਈ ਉਸ ਤਰੀਕੇ ਨਾਲ ਕਰ ਸਕੇ। ਬਿਲਕੁਲ ਉਸ ਤਰੀਕੇ ਨਾਲ। ਐਂਡ ਆਈ ਆਲਸੋ ਫੀਲ ਕਿ ਨਾ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਹ ਚੀਜ਼ ਸਿਖਾਉਂਦੇ ਹਾਂ, ਈਵਨ ਬॉयਜ਼ ਇਨਫੈਕਟ ਮੈਨੂੰ ਪਤਾ ਹੈ ਕਿ ਕਾਫੀ ਪੇਰੈਂਟਸ ਆਪਣੇ ਬॉयਜ਼ ਨੂੰ ਵੀ ਇਹ ਚੀਜ਼ ਸਿਖਾ ਰਹੇ ਹੈ, ਬਿਕੋਜ਼ ਇੱਕ ਉਹਨਾਂ ਲਈ ਵੀ ਇੱਕ ਉਲਟਾ ਇੱਕ ਡਿਸਕ੍ਰਿਮੀਨੇਸ਼ਨ ਹੋ ਜਾਂਦੀ ਹੈ। ਸਪੋਜ਼ देयर इज अ ਬੱਸ ਜਿਹਦੇ ਵਿੱਚ ਇੱਕ ਮੁੰਡਾ ਹੈ, ਮੈਨੂੰ ਪਤਾ ਉਹ ਲੜਕੀ ਕਿੰਨੀ ਵਾਰੀ ਸੋਚੇਗੀ ਉਹਦੇ ਵਿੱਚ ਬੈਠਣ ਤੋਂ ਪਹਿਲਾਂ, ਬਟ ਉਹ ਤਾਂ ਉਸ ਲੜਕੇ ਨੂੰ ਵੀ ਇੱਕ ਤਰ੍ਹਾਂ ਤੁਸੀਂ ਇੱਕ ਕਲੰਕ ਜਿਹਾ ਲਗਾ ਦਿੱਤਾ, ਹਾਲਾਂਕਿ ਸਾਨੂੰ ਨਹੀਂ ਪਤਾ ਉਹ ਲੜਕਾ ਠੀਕ ਹੈ, ਉਹਦੀ ਇੰਟੈਂਸ਼ਨ ਸਹੀ ਹੋਣੀ। ਦੱਸੋ ਕੋਈ ਦਿੱਲੀ ਦਾ ਕੋਈ ਅਜਿਹਾ ਵਾਕਿਆ ਜਾਂ ਕਿੱਸਾ? It's not just Delhi, I would say ਜਾਂ ਕਿਸੇ ਵੀ ਜਗ੍ਹਾ ਦਾ, ਕੋਈ ਪੁਣੇ ਦਾ, ਹੈਦਰਾਬਾਦ ਦਾ ਕੋਈ ਅਜਿਹਾ ਵਾਕਾ, ਕੋਈ ਅਜਿਹਾ ਕਿੱਸਾ? ਲਾਈਕ ਆਈ ਟੋਲਡ ਯੂ, ਜਿਵੇਂ ਮੈਂ ਬੱਸ ਦੇ ਵਿੱਚ ਵੀ ਜਦੋਂ ਚੜ੍ਹਦੀ ਸੀਗੀ ਫਰਮ ਪੁਣੇ ਟੂ ਹੈਦਰਾਬਾਦ, ਆਈ ਯੂਜ਼ ਟੂ ਬੀ ਵੈਰੀ ਕੇਅਰਫੁਲ। ਮੈਂ ਸ਼ਾਇਦ ਰਾਤ ਨੂੰ, ਬਿਕੋਜ਼ ਇਟ ਯੂਜ਼ ਟੂ ਬੀ ਓਵਰਨਾਈਟ ਨਾ, ਬੱਸ ਰਾਤ ਨੂੰ ਜਾਂਦੀ ਹੈ, ਤਾਂ ਫਿਰ ਰਾਤ ਨੂੰ ਮੈਂ ਨਹੀਂ ਨੀਂਦ ਲੈਂਦੀ ਸੀਗੀ। ਆਈ ਯੂਜ਼ ਟੂ ਸਟੇ ਅਵੇਕ। ਟਰੈਵਲ ਕਰਦੇ ਸੀ, ਸੌਂਦੇ ਨਹੀਂ ਸੀ, ਸਾਰੀ ਰਾਤ ਜਾਗਦੇ ਸੀ? ਆਈ ਯੂਜ਼ ਟੂ ਸਟੇ ਅਵੇਕ ਇਫ ਆਈ ਹੈਡ ਟੂ ਗੋ ਅਲੋਨ। ਹੁਣ ਤਾਂ ਕਾਫੀ ਮਤਲਬ ਈਵਨ ਨਾਓ, ਜਿਵੇਂ ਅਸੀਂ ਹੁਣ ਵੀ ਵੈਸੇ ਚਲੋ ਆਊਟ ਆਫ ਹੈਬਿਟ ਹੀ ਭੇਜ ਦਿੰਦੇ ਹਾਂ, ਬਟ ਆਈ ਨੋ ਲੋਟ ਆਫ ਗਰਲਸ, ਬਿਕੋਜ਼ ਹੁਣ WhatsApp ਤੇ ਤੁਹਾਡੀ ਲਾਈਵ ਲੋਕੇਸ਼ਨ ਵਾਲਾ ਫੀਚਰ ਆ ਗਿਆ ਹੈ, ਤਾਂ ਉਹ ਵੀ ਆਪਣੇ ਪੇਰੈਂਟਸ ਨੂੰ ਲੋਕ ਭੇਜਦੇ ਹੀ ਹੈਗੇ। ਸੋ ਆਈ ਨੋ ਦੈਟ ਗਰਲਸ ਸਟਿਲ ਹੈਵ ਦਿਸ ਇਨਸਿਕਿਉਰਿਟੀ, ਐਂਡ ਸਾਨੂੰ ਇਸ ਤੇ ਬਿਲਕੁਲ ਹੀ ਜ਼ਿਆਦਾ ਕੰਮ ਕਰਨਾ ਚਾਹੀਦਾ ਐਜ਼ ਅ ਸੋਸਾਇਟੀ। ਇੱਕ ਮੈਨੂੰ ਹਮੇਸ਼ਾ ਲੱਗਿਆ ਕਿ ਜਦੋਂ ਵੀ ਕੋਈ ਫੰਕਸ਼ਨਸ ਹੁੰਦੇ ਜਾਂ ਕੁਝ ਵੀ ਹੁੰਦਾ ਵਿਚ ਇਜ਼ ਅਬਾਊਟ ਵਿਮਨ ਨਾ, ਆਪਾਂ ਸਿਰਫ ਔਰਤਾਂ ਨੂੰ ਬੁਲਾਉਂਦੇ, ਉਹਦਾ ਕੋਈ ਫਾਇਦਾ ਨਹੀਂ ਹੈਗਾ। I have always said कि Women's Day function पे you need to call everybody, because point is कि it is about equality. अपन ने औरतां नु थोड़े सिखाना है कि it's about the whole society responding to the needs of any person. है इक्वालिटी तो नजर आती है?
आई ਜਾਂ थिंक ਤੁਹਾਨੂੰ ਲੱਗਦਾ ਹੈ काफी कि- काफी फर्क आया है जी, काफी फर्क आया मतलब फ्रॉम द टाइम दैट मैं कहंदी मेरी मदर ਜਦੋਂ ਪੜ੍ਹਦੇ ਸੀਗੇ ਈਵਨ ਦੇ ਵਰ ਵੈਰੀ ਲੱਕੀ, ਉਹਨਾਂ ਨੂੰ ਤਾਂ ਨਹੀਂ ਤਾਂ ਸਿੱਧਾ ਇਹ ਕਹਿ ਦਿੱਤਾ ਜਾਂਦਾ ਸੀਗਾ ਕਿ ਤੁਸੀਂ ਵਿਆਹ ਕਰਾ ਲਓ, ਬਟ ਉਹਨਾਂ ਨੇ ਵੀ ਆਪਣੀ ਪੜ੍ਹਾਈ ਕੀਤੀ ਯੂ نو ਐਂਡ ਉਸ ਜਨਰੇਸ਼ਨ ਤੋਂ ਇਸ ਜਨਰੇਸ਼ਨ ਤੱਕ ਤਾਂ ਬਹੁਤ ਫਰਕ ਆ ਗਿਆ ਜੀ ਹੁਣ। ਬਹੁਤ ਸਾਰੀਆਂ ਕੁੜੀਆਂ ਤੁਹਾਨੂੰ ਆਪਣਾ ਰੋਲ ਮਾਡਲ ਮੰਨਦੀਆਂ, ਤੁਹਾਨੂੰ ਕੀ ਲੱਗਦਾ ਕੁੜੀਆਂ ਨੂੰ ਕੀ ਕਰਨਾ ਚਾਹੀਦਾ ਹੈ? ਇਹ ਚੀਜ਼ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਉੱਤੇ ਟੈਗ ਲੱਗੇ ਉੜਦਾ ਪੰਜਾਬ, ਨਸ਼ੇੜੀ ਪੰਜਾਬ, ਔਰ ਅੱਜ ਜਦੋਂ ਪੰਜਾਬ ਨੂੰ ਲੋੜ ਪਈ ਤਾਂ ਸਾਰਾ ਪੰਜਾਬ ਖੜਾ ਹੋ ਗਿਆ, ਸਾਰੇ ਪੰਜਾਬ ਹਰ ਕਿਸੇ ਨੇ, ਹਰ ਪੰਜਾਬੀ ਨੇ ਇੱਕ ਦੂਜੇ ਦੀ ਬਾਹ ਫੜੀ। ਤੁਸੀਂ ਕਿਵੇਂ ਦੇਖਦੇ ਹੋ ਜਦੋਂ ਪੂਰਾ ਪੰਜਾਬ ਦੇ ਨਾਲ ਖੜਾ ਹੋਇਆ? ਨਹੀਂ, ਮੈਨੂੰ ਲੱਗਦਾ ਹੈ ਜੀ ਇਹੀ ਐਕਚੁਅਲੀ ਜਿਹੜਾ ਖਜ਼ਾਨਾ ਹੈ ਨਾ ਪੰਜਾਬ ਦਾ, ਕਿ ਲੋਕ ਇੱਕ ਦੂਸਰੇ ਨਾਲ ਮੋਢੇ ਤੇ ਮੋਢਾ ਮਿਲਾ ਕੇ ਖੜਦੇ ਹੈ। मतलब कोई मैं ਤਾਂ ਕੁਝ ਆਈ ਥਿੰਕ ਵੀਡੀਓਜ਼ ਇਹ ਵੀ ਦੇਖੇ ਕਿ ਇੱਕ ਬੱਚਾ ਸੀਗਾ ਜਿਹੜਾ ਸ਼ਾਇਦ ਉਹਨੂੰ ਕੋਈ ਡਿਸੇਬਿਲਿਟੀ ਸੀਗੀ, ਉਹ ਵੀ ਮਿੱਟੀ ਦੇ ਬੈਗ ਜਿਹੜਾ ਸੀ ਭਰ ਰਿਹਾ ਸੀਗਾ। ਜਿੰਨੀ ਕੁ ਸ਼ਮਤਾ ਹਰੇਕ ਦੇ ਵਿੱਚ ਸੀਗੀ, ਉਹਨਾਂ ਸਾਰਿਆਂ ਨੇ ਆਪਣੀ ਸ਼ਮਤਾ ਮੁਤਾਬਿਕ ਜਿੰਨਾ ਉਹ ਕਰ ਸਕਦੇ ਸੀਗੇ ਇਸ ਔਖੀ ਘੜੀ ਦੇ ਵਿੱਚ ਉਹਨਾਂ ਨੇ ਕੀਤਾ ਹੈਗਾ, ਤੇ ਇਹੀ ਐਕਚੁਅਲ ਖਜ਼ਾਨਾ ਪੰਜਾਬ ਦਾ ਹੈ। ਉਹੀ ਮੈਂ ਚੀਜ਼ ਜਿਹੜੀ ਕਹਿ ਰਹੀ ਸੀਗੀ ਕਿ ਜਿਹੜਾ ਚੜ੍ਹਦੀ ਕਲਾ ਹੈ, ਆਲਵੇਜ਼ ਇਨ ਰਾਈਜ਼ਿੰਗ ਸਪਿਰਿਟਸ, ਕਿ ਹਾਲਾਂਕਿ ਆਪਣੀ ਜੋ ਵੀ ਪਰਿਸਥਿਤੀ ਹੋਵੇ, ਹਰੇਕ ਜੋ ਵੀ ਸੇਵਾ ਕਰਨ ਗਿਆ ਹੋਣਾ, ਉਹਨਾਂ ਨੂੰ ਚਾਹ ਦਾ ਕੱਪ ਉਸ ਪਰਿਵਾਰ ਨੇ ਜ਼ਰੂਰ ਪੁੱਛਿਆ ਹੋਣਾ। ਇਹ ਹੌਸਲਾ ਪੰਜਾਬ ਦਾ ਔਰ ਇਹ ਜਜ਼ਬਾ ਪੰਜਾਬ ਦਾ, ਔਰ ਇੱਕ ਬਹੁਤ ਬੜੀ ਸਿੱਖ ਹੈ ਜੀ ਕਿ ਲੈਣ ਵਾਸਤੇ ਹਰੇਕ ਲਈ, ਕਿ ਜਿਵੇਂ ਵੀ ਕੋਈ ਵੀ ਪਰਿਸਥਿਤੀ ਹੁੰਦੀ ਹੈ, ਆਪਾਂ ਨੂੰ ਲੱਗਦਾ ਹੈ ਕਿ ਹੁਣ ਕਿਵੇਂ ਹੋਣਾ ਹੈ, ਨੂੰ ਆਪਾਂ ਤਾਂ ਮੈਂ ਦੇਖਿਆ ਕਿ ਕੋਈ ਐਨਜੀਓ ਗਿਆ, ਕੋਈ ਗਿਆ, ਉਹ ਕਹਿੰਦੇ ਛੱਡੋ ਸਾਰਾ ਜ਼ਮੀਨ ਚਲੇਗੀ, ਸਭ ਕੁਝ ਪਹਿਲਾਂ ਚਾਹ ਪੀ ਲਓ। ਤੁਹਾਨੂੰ ਵੀ ਇਹ ਕਿਹਾ ਬੜਿਆਂ ਨੇ? ਬਿਲਕੁਲ ਜੀ, ਬਿਲਕੁਲ। ਐਂਡ ਮਤਲਬ ਇੱਕ ਬਹੁਤ ਵੱਡੀ ਲਰਨਿੰਗ ਹੈ ਜੀ ਸਾਡੇ ਸਾਰਿਆਂ ਲਈ ਐਜ਼ ਅ ਹਿਊਮੈਨਿਟੀ। ਤੁਹਾਨੂੰ ਲੱਗਦਾ ਜਿਹੜਾ ਟੈਗ ਪੰਜਾਬ ਤੇ ਲੱਗਦਾ ਹੈ ਕਿ ਪੰਜਾਬ ਦੇ ਮੁੰਡੇ ਕੁੜੀਆਂ ਯੂਥ ਸਾਰਾ ਅਬਰੋਡ ਚਲਾ ਗਿਆ, ਨਸ਼ੇੜੀ ਹੋ ਗਏ, ਗੈਂਗਸਟਰ ਆ ਗਏ, ਪੰਜਾਬ ਕੁਝ ਨਹੀਂ ਕਰਦਾ, ਫਿਲਮਾਂ ਬਣਨ ਲੱਗ ਪਈਆਂ, ਉਹਨਾਂ ਸਾਰਿਆਂ ਲਈ ਇਹ ਪੰਜਾਬ ਦਾ ਇੱਕ ਟਰਨਿੰਗ ਪੁਆਇੰਟ ਹੈ। ਕਹਿੰਦੇ ਨਾ ਟਫ ਟਾਈਮ ਜਦੋਂ ਆਉਂਦਾ ਹੈ ਉਦੋਂ ਉਹ ਬਹੁਤ ਕੁਝ ਸਿਖਾਉਂਦਾ ਵੀ ਹੈ, ਆਪਦਾ ਚ ਅਫਸਰ ਵੀ ਕਿਹਾ ਜਾਂਦਾ ਹੈ। ਤਾਂ ਪੰਜਾਬ ਦੇ ਲਈ ਉਹ ਪੁਆਇੰਟ ਹੈ, ਪੰਜਾਬ ਦੇ ਲਈ ਉਹ ਹੈ ਕਿ ਜੋ ਟੈਗ ਲੱਗੇ। ਅੱਜ ਸ਼ਾਇਦ ਹੁਣ ਇਹ ਹੜ੍ਹਾਂ ਨੂੰ ਦੇਖ ਕੇ ਜਿਹੜਾ ਬਾਲੀਵੁੱਡ ਪੰਜਾਬ ਨੂੰ ਨਸ਼ੇੜੀ ਕਹਿ ਰਿਹਾ ਸੀ, ਉੜਦਾ ਪੰਜਾਬ ਕਹਿ ਰਿਹਾ ਸੀ, ਉਹ ਹੁਣ ਇਹ ਜਦੋਂ ਦਿਖਾਏਗਾ ਕਿ ਕਿਵੇਂ ਹੜ੍ਹ ਦੇ ਵਿੱਚ ਕੋਈ ਖੜੇ ਨਾ ਖੜੇ, ਪੰਜਾਬੀ ਇੱਕ ਦੂਜੇ ਦੇ ਨਾਲ ਖੜੇ ਹੋਏ। ਮੈਨੂੰ ਇਹ ਵੀ ਲੱਗਦਾ ਹੈ ਜੀ ਕਿ ਮਤਲਬ ਹੁਣ ਮਤਲਬ ਇਹ ਡੈਫੀਨੇਟਲੀ ਬੱਚਿਆਂ ਦੇ ਵਿੱਚ ਰੁਝਾਨ ਤਾਂ ਹੁੰਦਾ ਹੀ ਹੈ ਕਿ ਅਸੀਂ ਬਾਹਰ ਜਾਈਏ, ਬਟ ਕਾਫੀ ਹੁਣ ਚੇਂਜ ਉਹਦੇ ਵਿੱਚ ਵੀ ਮੈਨੂੰ ਦੇਖਣ ਨੂੰ, ਫਰੈਂਕਲੀ ਫੀਲਡ ਐਕਸਪੀਰੀਅੰਸ ਤੋਂ ਮੈਂ ਗੱਲ ਕਰ ਰਹੀ ਹਾਂ, ਕਿ ਉਹ ਵੀ ਆ ਰਿਹਾ ਹੈ, ਜਿਹੜੇ ਕਿ ਬੱਚੇ ਹੁਣ ਸਟਾਰਟਅਪ ਕਲਚਰ ਦੇ ਵਿੱਚ ਆਪਣਾ ਬਿਜ਼ਨਸ ਇੱਥੇ ਹੀ ਸ਼ੁਰੂ ਕਰਨ ਦੇ ਵਿੱਚ ਇੰਟਰਸਟਿਡ ਹੋ ਗਏ ਹੈਗੇ ਹੈ, ਜੋ ਕਿ ਇੱਕ ਬਹੁਤ ਹੀ ਪੋਜ਼ਿਟਿਵ ਇੱਕ ਡਿਵੈਲਪਮੈਂਟ ਹੈਗੀ ਹੈ। ਤੇ ਜੇ ਆਪਾਂ ਨਸ਼ਿਆਂ ਦੀ ਵੀ ਗੱਲ ਕਰੀਏ ਤਾਂ ਫਿਰ ਇੱਕ ਬਹੁਤ ਹੀ ਜੰਗੀ ਪੱਧਰ ਤੇ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ, ਜਿਹੜਾ ਸਰਕਾਰ ਵੱਲੋਂ ਸਕੀਮ ਜਿਹੜੀ ਚਲਾਈ ਗਈ ਹੈ, ਉਹ ਵੀ ਇਨਫੈਕਟ ਉਹਦਾ ਕਾਫੀ ਅੱਛਾ ਫੀਡਬੈਕ ਸਾਨੂੰ ਲੋਕਲ ਲੈਵਲ ਤੇ ਵੀ ਮਿਲਿਆ ਸੀਗਾ। ਕਿ ਲੱਗਦਾ ਹੁਣ ਬਾਲੀਵੁੱਡ ਦੀਆਂ ਫਿਲਮਾਂ ਵੀ ਇਸ ਤਰੀਕੇ ਦੀਆਂ ਬਣਨਗੀਆਂ ਕਿ ਪੰਜਾਬ ਖੜਾ ਅੱਜ ਵੀ, ਜਿੰਨੀ ਵਾਰ ਮਰਜ਼ੀ ਡਿੱਗੇ ਪਰ ਪੰਜਾਬ ਖੜਾ ਹੈ। ਡੈਫੀਨਿਟਲੀ ਆਈ ਥਿੰਕ ਕਿ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਲਰਨਿੰਗਸ ਨੇ, ਸੋ ਇਹ ਚੀਜ਼ ਜਿਹੜੀ ਹੈ ਹਾਈਲਾਈਟ ਜ਼ਰੂਰ ਹੋਣੀ ਚਾਹੀਦੀ ਹੈ, ਪੋਰਟਰੇ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਫਿਲਮਾਂ ਦੇਖਦੇ ਹੋ? ਹਾਂਜੀ ਮੈਂ ਪੰਜਾਬੀ ਜਾਂ ਬਾਲੀਵੁੱਡ? ਮੈਂ ਸਾਰੀ ਦੇਖ ਲੈਣੀ ਹੈ ਜੀ। ਫੇਵਰਿਟ ਹੀਰੋ ਕੌਣ ਹੈ ਤੁਹਾਡਾ? ਮੇਰੇ ਐਜ਼ ਆਫ ਨਾਓ ਸ਼ਾਹਰੁਖ ਖਾਨ ਹੀ ਹੈ ਜੀ। ਔਰ ਹੀਰੋਇਨ ਮੇਰੀ ਆਲੀਆ ਭੱਟ। ਮੈਮ ਦੂਸਰੇ ਵੀ ਤੁਸੀਂ ਇੱਕ ਜ਼ਿਕਰ ਕੀਤਾ ਕਿ ਮੁਕਤਸਰ ਚ ਜਦੋਂ ਤੁਸੀਂ ਸ਼ੁਰੂਆਤੀ ਫੇਜ਼ ਦੇ ਵਿੱਚ ਸੀ ਕਰੀਅਰ ਦੇ, ਉਸ ਦੌਰਾਨ ਇੱਕ ਫੀਮੇਲ ਨੇ ਤੁਹਾਨੂੰ ਪਛਾਣਿਆ ਨਹੀਂ, ਕਹਿੰਦੇ ਐਸਜੀਐਮ ਕਿੱਥੇ ਹੈ। ਅੱਜ ਵੀ ਤੁਹਾਡੀ ਚਰਚਾ ਹੋਈ ਕਿ ਕਹਿੰਦੇ ਬਿਨਾਂ ਮੇਕਅਪ ਤੋਂ ਸਾਦੇ ਜਿਹੇ ਕੱਪੜਿਆਂ 'ਚ, ਕਿਤੇ ਪਹੁੰਚੇ ਉੱਤੇ ਚੁੱਕੇ ਹੋਏ, ਕਿਤੇ ਵਾਲਾਂ ਦਾ ਨਹੀਂ ਪਤਾ, ਕਿਤੇ ਮੇਕਅਪ ਦਾ ਨਹੀਂ ਕੁਝ ਕੀਤਾ, ਇਹ ਬੀਬੀ ਲੱਗੀ ਹੋਈ ਹੈ। ਉਸ ਵੇਲੇ ਵੀ ਸ਼ਾਇਦ ਕਈਆਂ ਨੇ ਨਹੀਂ ਪਛਾਣਿਆ ਕਿ ਡੀਸੀ ਕੌਣ ਹੈ, ਹਾਲਾਂਕਿ ਕਈ ਵਾਰ ਗਨਮੈਨ ਹੁੰਦੇ ਆ ਜਾਂ ਕਈ ਵਾਰ ਸਿਕਿਉਰਿਟੀ ਸਿਸਟਮ ਹੁੰਦਾ, ਪਤਾ ਲੱਗ ਜਾਂਦਾ। ਤੁਸੀਂ ਬਿਨਾਂ ਮੇਕਅਪ ਤੋਂ, ਬਿਨਾਂ ਵਾਲਾਂ ਦਾ ਆਪਣਾ ਧਿਆਨ ਰੱਖੇ, ਬਿਨਾਂ ਕੱਪੜਿਆਂ ਤੋਂ ਉਸ ਤਰੀਕੇ ਨਾਲ ਹੀ ਵੜੇ। ਮੈਨੂੰ ਲੱਗਦਾ ਹਰੇਕ ਦਾ ਆਪਣਾ ਹੁੰਦਾ ਹੈ ਜੀ, ਜਿਹੜਾ ਕੋਈ ਬੰਦਾ ਮੇਕਅਪ ਕਰ ਲੈਂਦਾ, ਆਈ ਡੋਂਟ ਥਿੰਕ ਦੈਟਸ ਸਮਥਿੰਗ ਰੋਂਗ, ਮਤਲਬ ਉਹ ਹਰੇਕ ਦੀ ਪਰਸਨਲ ਚੋਇਸ ਹੈ। ਆਈ ਡੋਂਟ ਥਿੰਕ ਕਿ ਆਪਾਂ ਨੂੰ ਉਹਨੂੰ ਇੱਕ ਕੋਈ ਬਹੁਤਾ ਸੋਸ਼ਲ ਮੀਡੀਆ ਤੇ ਬੜਾ ਚਰਚਾ ਚੱਲੀ, ਕਹਿੰਦੇ ਇਹ ਕੁੜੀ ਦੇਖੋ ਕਿੱਡੀ ਸਾਦੀ ਹੈ, ਇਹ ਕੁੜੀ ਹੈ ਪੰਜਾਬੀ ਧੀ ਹੈ, ਇਹ ਪੰਜਾਬ ਦੀ ਧੀ ਹੈ, ਪੰਜਾਬ ਦੀ ਅਫਸਰ ਹੈ, ਦੇਖੋ ਕੋਈ ਇਹਨੂੰ ਮੇਕਅਪ ਦੀ ਨਹੀਂ ਚਿੰਤਾ। ਕਈ ਬੀਬੀਆਂ ਮੇਕਅਪ ਲਾ ਕੇ ਪੂਰਾ ਬਣ ਜੇ ਉਹ ਲਾ ਵੀ ਲੈਣ ਤਾਂ ਕੋਈ ਮਾੜੀ ਤਾਂ ਨਹੀਂ ਹੁੰਦੀਆਂ ਜੀ। ਇਨਫੈਕਟ ਤੁਸੀਂ ਦੇਖ ਲਓ ਸਾਡੇ ਸੁਸ਼ਮਿਤਾ ਸੈਨ, ਐਸ਼ਵਰਿਆ ਰਾਏ, ਅੱਜ ਵੀ ਲੋਕ ਯਾਦ ਹੀ ਰੱਖਦੇ ਹਨ ਜੀ ਕਿ ਉਹਨਾਂ ਨੇ ਦੇ ਵਰ ਪ੍ਰਾਈਡ ਆਫ ਇੰਡੀਆ। ਸੋ ਆਈ ਡੋਂਟ ਥਿੰਕ ਆਪਾਂ ਨੂੰ ਇਦਾਂ ਦੀਆਂ ਗੱਲਾਂ ਦੇ ਵਿੱਚ ਜਾਣਾ ਚਾਹੀਦਾ ਹੈ। ਇਹ ਹਰੇਕ ਦੀ ਪਰਸਨਲ ਚੋਇਸ ਹੈ ਕਿ ਉਹ ਕਿਸ ਤਰੀਕੇ ਨਾਲ ਕਰਨਾ ਚਾਹੁੰਦੀ ਹੈ, ਨਹੀਂ ਰੱਖਣ ਉਹਨਾਂ ਦੀ ਮਰਜ਼ੀ ਹੈ ਜੀ। ਮਤਲਬ ਆਈ ਡੋਂਟ ਥਿੰਕ ਇਹ ਕੋਈ ਵਿਸ਼ਾ ਹੋਣਾ ਚਾਹੀਦਾ। ਪਾਣੀ ਇੱਥੋਂ ਤੱਕ ਪਾਣੀ ਸੀ, ਹੋਰ ਉੱਪਰ ਪਾਣੀ ਸੀ, ਬੱਚੀ ਘਰੇ 5 ਸਾਲ ਦੀ ਹੈ,
ਘਰਦਿਆਂ ਦਾ ਕੀ ਰਿਐਕਸ਼ਨ ਸੀ ਜਾਂ ਕੀ ਕਿਉਂਕਿ ਬਾਹਰ ਤਾਂ ਬਹੁਤ ਐਪਰੀਸੀਏਸ਼ਨ ਮਿਲ ਰਹੀ ਸੀਗੀ, ਘਰੇ ਕੀ ਮਾਹੌਲ ਸੀ ਕਿ ਬੇਟੀ ਘਰੇ ਬਹਿ ਕੇ ਕਰੋ ਆਈ ਜਾਂ ਥਿੰਕ ਕਿੱਦਾਂ ਦੇ ਜਾਂ ਕੁਝ? ਐਕਸਪੈਕਟ ਦਿਸ ਓਨਲੀ ਫਰਮ ਮੀ, ਮਤਲਬ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਐਜ਼ ਅ ਡੀਸੀ ਇਟਸ ਨਾਟ ਜਸਟ ਮੀ, ਤੁਸੀਂ ਕਿਸੇ ਹੋਰ ਡੀਸੀ ਦੀ ਵੀ ਜਿਹੜੇ ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਪਠਾਨਕੋਟ, ਇਹ ਸਾਰੇ ਹੀ ਇੱਕਦਮ ਪ੍ਰਭਾਵਿਤ ਹੋਏ ਸੀਗੇ। ਤੇ ਆਈ ਥਿੰਕ ਇਹ ਹਰੇਕ ਨੂੰ ਪਤਾ ਹੀ ਹੈ ਕਿ ਫਰਸਟ ਦ ਪੀਪਲ, ਮਤਲਬ ਕਿ ਫਰਸਟ ਆਪਣੀ ਡਿਊਟੀ। ਤਾਂ ਆਈ ਥਿੰਕ ਮੇਰੇ ਬੱਚੇ ਨੂੰ ਵੀ ਇਹ ਪ੍ਰੀਟੀ ਮਚ ਇਹ ਪ੍ਰਾਊਡ ਫੀਲ ਹੁੰਦਾ? ਆਈ ਹੋਪ ਸੋ, ਮਤਲਬ ਆਈ ਹੋਪ ਜਦੋਂ ਕਿ ਬੇਟੀ ਜਦੋਂ ਵੱਡੀ ਹੋ ਕੇ ਵੱਡੀ, ਦੇਖੇਗੀ, ਹਾਂ ਜਦੋਂ ਵੱਡੀ ਹੋਏਗੀ ਆਈ ਉਹ ਵੀਡੀਓ ਹੋਪ ਸ਼ੀ ਵਿਲ ਚੱਲਣਗੇ, ਫੀਲ ਇੰਟਰਵਿਊ ਪ੍ਰਾਊਡ। ਚੱਲੇਗਾ ਜਦੋਂ ਬੇਟੀ ਚਲੋ। 12-13 ਸਾਲ ਦੀ ਹੋਏਗੀ, ਦੇਖੇਗੀ। ਸੋ ਆਈ ਹੋਪ ਕਿ- ਸ਼ੀ ਵਿਲ ਅੰਡਰਸਟੈਂਡ ਐਂਡ ਫੀਲ ਪ੍ਰਾਊਡ ਦੈਨ, ਬਟ ਹੁਣ ਆਲਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਇਹਨਾਂ ਨੂੰ ਪਤਾ ਹੀ ਹੈ ਕਿ ਇਸ ਮੌਕੇ ਦੇ ਵਿੱਚ ਮੈਨੂੰ ਹਮੇਸ਼ਾ ਸਪੋਰਟ ਹੀ ਮਿਲੀ ਹੈ ਜੀ, ਮੈਨੂੰ ਕਦੀ ਕੋਈ ਰੁਕਾਵਟ ਕਰ ਵੇਲੇ ਇਸ ਤਰ੍ਹਾਂ ਨਹੀਂ ਹੋਇਆ। ਮੈਂ ਇਹ ਵੀ ਕਿਤੇ ਮੈਨੂੰ ਕੋਈ ਦੱਸ ਰਿਹਾ ਸੀ, ਹਾਲਾਂਕਿ ਜਤਿੰਦਰ ਹੀ ਦੱਸ ਰਹੇ ਸੀ, ਕਹਿੰਦੇ ਕਿ ਤੁਸੀਂ ਡੀਸੀ ਦੀ ਬਜਾਏ ਮੁੱਖ ਸੇਵਾਦਾਰ ਇਹ ਕੈਂਪੇਨ ਸ਼ੁਰੂ ਕੀਤੀ ਸੀ, ਇਹ ਕਿਵੇਂ ਕੀਤੀ ਜਾਂ ਮੁੱਖ ਸੇਵਾਦਾਰ ਜਾਂ ਇਹ ਕੀ ਸੀ? ਅਗੇਨ ਜੀ ਇਹ ਕੋਈ ਕੈਂਪੇਨ ਨਹੀਂ ਹੈ, ਇਹ ਮੈਨੂੰ ਜਿਹੜਾ ਲੱਗਦਾ, ਮੈਨੂੰ ਬੜਾ ਔਡ ਫੀਲ ਹੁੰਦਾ ਜਦੋਂ ਲੋਕ ਕਹਿੰਦੇ ਨਾ ਕਿ ਜੋ ਡੀਸੀ ਹੈ ਉਹ ਜ਼ਿਲ੍ਹੇ ਦਾ ਮਾਲਿਕ ਹੈ। ਉਹ ਮਤਲਬ ਜ਼ਿਲ੍ਹੇ ਦਾ ਮਾਲਿਕ, ਮਤਲਬ ਮੈਨੂੰ ਥੋੜਾ ਜਿਹਾ ਖੜਕਦਾ ਹੈ। ਆਈ ਓਨੈਸਟਲੀ ਫੀਲ ਕਿ ਸਭ ਤੋਂ ਪਹਿਲਾਂ ਜਿਹੜੀ ਮੁੱਖ ਸੇਵਾਦਾਰ ਐਕਚੁਅਲੀ ਉਹ ਪਰਸਨ ਹੈ ਜਿਹੜਾ ਇੱਕ ਗਾਰਡੀਅਨ ਹੈ, ਇੱਕ ਟਰਸਟ ਦੇ ਵਿੱਚ ਕੰਮ ਕਰ ਰਿਹਾ ਹੈ, ਜੋ ਲੋਕਾਂ ਨੂੰ ਜੋ ਵੀ ਕੋਈ ਗ੍ਰੀਵੈਂਸ ਹੈ, ਕੋਈ ਪੀੜਾ ਹੈ, ਉਹ ਸਭ ਤੋਂ ਪਹਿਲਾਂ ਸੋਲਵ ਕਰਨਾ। ਇਹ ਵੀ ਹੋ ਸਕਦਾ ਹੈ ਨਾ ਕਿ ਸਾਰੀ ਪ੍ਰੋਬਲਮ ਦੇ ਸੋਲੂਸ਼ਨ ਤੁਹਾਡੇ ਹੱਥ 'ਚ ਨਾ ਹੋਵੇ, ਪਰ ਤੁਸੀਂ ਹਰ ਪੋਸੀਬਲ ਮੁਮਕਿਨ ਕੋਸ਼ਿਸ਼ ਕਰੋਗੇ ਕਿ ਜਿਹੜੇ ਬੰਦੇ ਨੇ ਤੁਹਾਨੂੰ ਕੋਈ ਤਕਲੀਫ ਦੱਸੀ, ਕੋਈ ਇਨਸਾਨ ਨੇ ਕੋਈ ਆਪਣੀ ਪੀੜਾ ਦੱਸੀ, ਉਹ ਕਿਸ ਤਰੀਕੇ ਨਾਲ ਹੱਲ ਹੋਣੀ ਹੈ। ਤੁਸੀਂ ਹਰ ਇੱਕ, ਤੁਹਾਡੇ ਕੋਲ ਇੱਕ ਪਾਵਰ ਉਹ ਹੈ ਕਿ ਤੁਸੀਂ ਹਰ ਕਈ ਅਫਸਰ ਇਸ ਗੱਲ ਨੂੰ ਲੈ ਕੇ ਨਾਰਾਜ਼ ਹੋ ਜਾਂਦੇ ਨਾ, ਗੁੱਸਾ ਕਰ ਜਾਂਦੇ ਆ ਕਿ ਸਾਨੂੰ ਸਾਹਿਬ ਕਿਉਂ ਨਹੀਂ ਕਿਹਾ, ਡੀਸੀ ਕਿਉਂ ਨਹੀਂ ਕਿਹਾ, ਜਾਂ ਨਾਮ ਕਿਵੇਂ ਲੈ ਲਿਆ। ਤੁਹਾਨੂੰ ਜਦੋਂ ਕੋਈ ਡੀਸੀ ਮੈਮ ਕਵੇ, ਡੀਸੀ ਸਰ ਕਵੇ ਜਾਂ ਡੀਸੀ ਸਾਹਿਬਾ ਕਵੇ, ਜਾਂ ਉਦੋਂ ਓੜ ਲੱਗਦਾ, ਜਾਂ ਤੁਹਾਨੂੰ ਕੋਈ ਬਜ਼ੁਰਗ ਆ ਕੇ ਕਵੇ ਕਿ ਸਾਕਸ਼ੀ ਬੇਟਾ, ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਕਿਸ ਤਰੀਕੇ ਨਾਲ ਤੁਹਾਨੂੰ ਚੰਗਾ ਲੱਗਦਾ, ਕਿਸ ਤਰੀਕੇ ਨਾਲ ਓੜ ਲੱਗਦਾ ਜਾਂ ਕੁਝ? ਮੈਨੂੰ ਕੋਈ ਔਡ ਨਹੀਂ ਲੱਗਦਾ ਜੀ, ਓਨੈਸਟਲੀ ਸਪੀਕਿੰਗ। ਮਤਲਬ ਫ੍ਰੈਂਕਲੀ ਅਗੇਨ ਆਪਾਂ ਇਹ ਸਿਮੈਂਟਿਕਸ ਤੇ ਜਦੋਂ ਫਸ ਜਾਂਦੇ ਆ ਨਾ, ਤਾਂ ਫਿਰ ਜਿਹੜੇ ਵੱਡੇ ਮੁੱਦੇ ਹੁੰਦੇ ਆਪਾਂ ਉਹ ਛੱਡ ਦਿੰਦੇ ਆ। ਇਹ ਤਾਂ ਬੜੀ ਛੋਟੀ ਜੀ ਗੱਲ ਹੈ ਕਿ ਕਿਸੇ ਨੇ ਕਿਹਾ ਜਾਂ ਨਹੀਂ। ਇਨਫੈਕਟ ਜਦੋਂ ਕੋਈ ਬੇਟਾ ਕਹਿੰਦਾ ਉਹਦੇ ਵਿੱਚ ਸ਼ਾਇਦ ਆਪਣਾਪਨ ਹੋਰ ਹੋ ਜਾਂਦਾ ਹੈ। ਇਹਦਾ ਮਤਲਬ ਹੈ ਉਹ ਪਰਸਨ ਤੁਹਾਨੂੰ ਟਰਸਟ ਵੀ ਕਰ ਰਹੇ ਹੋ, ਜਿਹੜੇ ਬਜ਼ੁਰਗ ਹੈ ਉਹ ਤੁਹਾਨੂੰ ਰਿਸਪੈਕਟ ਵੀ ਦੇ ਰਹੀ ਹੈ, ਤੁਹਾਨੂੰ ਟਰਸਟ ਵੀ ਕਰ ਰਹੀ ਹੈ, ਤੁਹਾਡੇ ਤੇ ਇੱਕ ਭਰੋਸਾ ਰੱਖ ਕੇ ਗੱਲ ਕਰ ਰਹੀ ਹੈ। ਮਤਲਬ ਮੈਨੂੰ ਕੋਈ I don't go on semantics। ਤੁਸੀਂ ਇਹਨਾਂ ਪੇਚਿਆਂ 'ਚ ਨਹੀਂ ਪੈਂਦੇ। ਇੱਕ ਦੋ ਸਵਾਲ ਹੈ ਕਿਉਂਕਿ ਤੁਹਾਡਾ ਬਹੁਤ ਟਾਈਮ ਲੈ ਲਿਆ। ਮੈਮ ਇੱਕ ਤਾਂ ਇਹ ਦੱਸੋ ਕਿ ਤੁਸੀਂ ਪੰਜਾਬ ਲਈ ਕੀ ਕਰਨਾ ਚਾਹੁੰਦੇ ਹੋ? ਅੱਜ ਤਾਂ ਹੜ੍ਹਾਂ ਨੂੰ ਤੁਸੀਂ ਸੰਭਾਲ ਲਿਆ, ਸਾਰੇ ਸਿਸਟਮ ਨੇ ਸੰਭਾਲ ਲਿਆ, ਸਾਰੇ ਆਪਣੇ ਆਪਣੇ ਪੱਧਰ ਤੇ ਲੱਗੇ, ਲੇਕਿਨ ਪੰਜਾਬ ਜਿੱਥੇ ਸੀਗਾ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ, ਅੱਜ ਪੰਜਾਬ ਜਿਹੜਾ ਵਾ ਉਭਰਨ ਦੀ ਕੋਸ਼ਿਸ਼ ਕਰ ਰਿਹਾ, ਅੱਗੇ ਵੱਧ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਲਈ, ਪੰਜਾਬ ਦੀ ਡੀਸੀ, ਪੰਜਾਬ ਦੀ ਵੱਡੀ ਅਫਸਰ ਹੋਣ ਦੇ ਨਾਤੇ ਅੰਮ੍ਰਿਤਸਰ ਵਾਸਤੇ, ਪੰਜਾਬ ਵਾਸਤੇ ਮੈਂ ਇਹ ਕਰਾਂਗੀ, ਭਾਵੇਂ ਲੜ ਕੇ ਕਰਾਂ, ਭਾਵੇਂ ਮੈਂ ਜਿਵੇਂ ਮਰਜ਼ੀ ਕਰਾਂ, ਸੀਐਮ ਸਾਹਿਬ ਕੋਲ ਜਾਊਂਗੀ, ਹਰ ਥਾਂ ਜਾਊਂਗੀ, ਕਿ ਇਹ ਚੀਜ਼ਾਂ ਪੰਜਾਬ ਲਈ ਕਰੋ? ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜੀ ਕਿ ਇੱਕ ਸਾਡੇ ਲਈ ਬਹੁਤ ਹੀ ਜ਼ਿਆਦਾ ਪ੍ਰਿਵਿਲੇਜ ਦੀ ਇਹ ਗੱਲ ਹੈ ਕਿ ਅਸੀਂ ਅੰਮ੍ਰਿਤਸਰ 'ਚ ਹੈਗੇ ਹਾਂ, ਜੋ ਕਿ ਮੈਨੂੰ ਲੱਗਦਾ ਇੱਕ ਤਰ੍ਹਾਂ ਵੈਟੀਕਨ ਆਫ ਇੰਡੀਆ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਸੋ ਉਸ ਨੂੰ ਜੋ ਕੁਝ ਵੀ ਲੱਗਦਾ ਹੈ ਉਸ ਲੈਵਲ ਤੱਕ ਲੈ ਕੇ ਜਾਣ ਲਈ ਕਿ ਕਿਸੇ ਵੀ ਸ਼ਰਧਾਲੂ ਨੂੰ ਕੋਈ ਵੀ ਦਿੱਕਤ ਹੀ ਨਾ ਹੋਵੇ, ਐਂਡ ਟੂ ਐਂਡ ਸੀਮਲੈਸ ਉਹਨਾਂ ਦੀ, ਮਤਲਬ ਇੰਨੀ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਇਹਦੀ ਜਿਹੜੀ ਭਾਵੇਂ ਟ੍ਰੈਫਿਕ ਡੀਕੰਜੈਸ਼ਨ ਹੈ, ਭਾਵੇਂ ਸ਼ਰਧਾਲੂਆਂ ਲਈ ਕੋਈ ਫੈਸਿਲਿਟੀਜ਼ ਹੈ, ਇੱਕ ਮੇਰੀ ਅੰਮ੍ਰਿਤਸਰ ਲਈ ਪ੍ਰਾਇੋਰਟੀ ਹੈ। ਪਰ ਜੇ ਮੈਂ ਜਨਰਲੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਜਿਹੜੀ ਚੀਜ਼ ਜਿਸ ਤੇ ਹਮੇਸ਼ਾ ਅਸੀਂ ਕੰਮ ਕਰਦੇ ਹੀ ਹਾਂ, ਉਹ ਇਹ ਹੈ ਕਿ ਜਿਹੜੇ ਲੋਕ ਨੇ ਨਾ, ਉਹ ਜੋ ਵੀ ਕਰਨਾ ਚਾਹੁੰਦੇ ਹੈ ਆਪਣੀ ਸ਼ਮਤਾ ਦੇ ਅਨੁਸਾਰ, ਉਹ ਚੀਜ਼ ਹਾਸਿਲ ਕਰਨ ਲਈ ਜੋ ਵੀ এনवायरमेंट ਜਾਂ ਮਾਹੌਲ ਆਪਾਂ ਦੇ ਸਕਦੇ, ਆਪਾਂ ਨੂੰ ਦੇਣਾ ਚਾਹੀਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਇਨਸਾਨ ਸਰਕਾਰੀ ਨੌਕਰੀ ਦੇ ਵਿੱਚ ਹੀ ਜਾਣਾ ਚਾਹੇ। ਹੋ ਸਕਦਾ ਹੈ ਕਿ ਜਿਹੜਾ ਪਰਸਨ ਆਲਰੇਡੀ ਕੋਈ ਬਿਜ਼ਨਸ ਰਨ ਕਰ ਰਿਹਾ, ਉਹਨਾਂ ਕੋਲ ਐਕਸੈਸ ਨਹੀਂ ਹੈ, ਇੱਕ ਨੈਟਵਰਕ ਨਹੀਂ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਮੈਂ ਬੈਂਕ 'ਚੋਂ ਵੀ ਕਿਵੇਂ ਲੋਨ ਲੈਣਾ, ਬਟ ਉਹਨਾਂ ਦਾ ਆਈਡੀਆ ਬਹੁਤ ਬ੍ਰਿਲੀਅੰਟ ਹੈ। ਤੇ ਇਹਨਾਂ ਨੂੰ ਇੱਕ ਇਹੋ ਜਿਹਾ ਪਲੇਟਫਾਰਮ ਜਾਂ ਇਹੋ ਜਿਹਾ ਮਾਹੌਲ ਕਿਸ ਤਰ੍ਹਾਂ ਮਿਲੇ ਕਿ ਬਿਨਾਂ ਕਿਸੇ ਝਿਜਕ ਦੇ
ਉਸ ਮੁਕਾਮ ਤੱਕ ਪਹੁੰਚ ਸਕਣ ਜਿਹਦੀ ਉਹਨਾਂ ਕੋਲ ਸ਼ਮਤਾ ਐਕਚੁਅਲੀ ਹੈਗੀ ਹੈ। ਆਈ ਥਿੰਕ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਭਾਵੇਂ ਤੁਸੀਂ ਗਰਲ ਹੋ ਬॉय ਹੋ, ਇਟ ਡਸਨਟ ਮੈਟਰ। ਬਾਰਡਰ ਡਿਸਟ੍ਰਿਕਟ ਹੋਣ ਦੀ ਵਜ੍ਹਾ ਕਰਕੇ ਪਾਕਿਸਤਾਨ ਨਾਲ ਲੱਗਦਾ, ਡਰੋਨ ਦਾ ਜ਼ਿਕਰ ਹੁੰਦਾ, ਉੱਥੇ ਕੀ ਚੁਣੌਤੀ ਆਉਂਦੀ ਹੈ ਤੁਹਾਡੇ ਕੋਲ? ਆਈ ਥਿੰਕ ਬਾਰਡਰ ਡਿਸਟ੍ਰਿਕਟ ਹੋਣ ਕਰਕੇ ਇੱਕ ਤਾਂ ਇੱਕ ਟ੍ਰਾਂਜ਼ਿਟ ਡਿਸਟ੍ਰਿਕਟ ਦੀ ਪ੍ਰੋਬਲਮਸ ਜਿਹੜੀਆਂ ਉਹ ਤਾਂ ਆਉਂਦੀਆਂ ਨੇ। ਇੱਕ ਜਿਹੜੀ ਹੁਣ ਜਿਹੜੇ ਐਸਕੇਲੇਸ਼ਨ ਹੋਏ ਸੀਗੇ ਨੇਬਰਿੰਗ ਹੌਸਟਾਈਲ ਨੇਬਰ ਦੇ ਨਾਲ, ਉਹ ਇੱਕ ਚੀਜ਼ ਸੀਗੀ ਜਿਹੜੀ ਮੈਂ ਕਦੀ ਨਹੀਂ ਪਹਿਲਾਂ ਅਨੁਭਵ ਕੀਤੀ ਸੀਗੀ। ਹੋ ਸਕਦਾ ਹੈ ਕਿ ਸਾਡੇ ਪਹਿਲਾਂ ਤੋਂ ਜਨਰੇਸ਼ਨਸ ਨੇ ਦੇਖੀਆਂ ਹੋਣ, ਬਟ ਇੱਕ ਉਹ ਵੀ ਇੱਕ ਚੈਲੰਜ ਹੈਗਾ। ਪਲੱਸ एम्प्लॉयमेंट, जिस गल ते मैं आ रही सीगी कि एक एम्प्लॉयमेंट का एक इशू बन जाता हैगा, बिकॉज रोजगार चाहिए जी, बिकॉज जेड़ा बॉर्डर इलाका है, फिर जेड़ी क्रॉस बॉर्डर ट्रेड पाकिस्तान नाल हुंदी सी या थ्रू पाकिस्तान अगे हुंदी सीगी, ਉਹ ਪ੍ਰਭਾਵਿਤ ਹੋ ਜਾਂਦੀ ਹੈ। ਸੋ ਉਹਦੇ ਲਈ ਮਤਲਬ ਕਾਫੀ ਉਪਰਾਲੇ ਵੀ ਹੋ ਰਹੇ ਹੈ। ਇਨਫੈਕਟ ਬਾਰਡਰ ਏਰੀਆ ਦੇ ਵਿੱਚ ਹੁਣ ਇੱਕ ਵੋਕੇਸ਼ਨਲ ਇੰਸਟੀਟਿਊਸ਼ਨ ਵੀ ਖੁੱਲ ਰਿਹਾ ਹੈ ਸਕਿੱਲ ਟ੍ਰੇਨਿੰਗ ਦਾ। ਪਲੱਸ ਇੱਕ ਮਤਲਬ ਇਟਸ ਨਾਟ ਕਿ ਸਿਰਫ ਪੜ੍ਹਾਈ ਹੋਵੇ, ਬਟ ਨਾਲ ਇਹੋ ਜਿਹਾ ਕੋਈ ਵੋਕੇਸ਼ਨ ਜੋ ਬੱਚਾ ਸਿੱਖ ਕੇ ਐਕਚੁਅਲੀ ਇਮੀਡੀਏਟਲੀ ਕਮਾਈ ਤੇ ਆ ਸਕੇ। ਸੋ ਇਹ ਚੀਜ਼ਾਂ ਹੁਣ ਇੱਥੇ ਫੋਕਸ ਕਰਨ ਵਾਲੀ ਗੱਲਾਂ ਹੈਗੀਆਂ। ਇੱਥੇ ਡੇਅਰੀ ਫਾਰਮਿੰਗ ਬਹੁਤ ਤਗੜੀ ਹੈ। ਇਹ ਇੱਕ ਅੰਮ੍ਰਿਤਸਰ ਦੇ ਬਾਰਡਰ ਬੈਲਟ ਦਾ ਇੱਕ ਬਹੁਤ ਅੱਛੀ ਚੀਜ਼ ਹੈ ਜੋ ਕਿ ਹੋਰ ਡਿਵੈਲਪ ਅਸੀਂ ਕਰ ਸਕਦੇ ਹਾਂ, ਜਿਸ ਤੇ ਅਸੀਂ ਕੰਮ ਵੀ ਕਰ ਰਹੇ ਹਾਂ। ਮੈਮ, ਇੱਕ ਫੀਮੇਲ ਡੀਸੀ ਇੱਕ ਮੇਲ ਡੀਸੀ, ਤੁਹਾਨੂੰ ਲੱਗਦਾ ਲੋਕ ਜ਼ਿਆਦਾ ਕਨੈਕਟਡ ਕਿਸ ਦੇ ਨਾਲ ਹੁੰਦੇ ਆ, ਜਾਂ ਕੌਣ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ, ਜਾਂ ਤੁਹਾਨੂੰ ਇਕੁਐਲਿਟੀ ਨਜ਼ਰ ਆਉਂਦੀ ਹੈ? ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਕੁਝ ਹੁੰਦਾ ਹੈ, ਓਨੈਸਟਲੀ ਸਪੀਕਿੰਗ। ਆਈ ਥਿੰਕ ਹਰ ਇੱਕ ਇਨਸਾਨ ਦੇ ਕੋਈ ਨਾ ਕੋਈ ਗੁੱਡ ਪੁਆਇੰਟਸ ਹੁੰਦੇ ਹਨ, ਕੋਈ ਨਾ ਕੋਈ ਉਹੋ ਜਿਹੇ ਪੁਆਇੰਟਸ ਹੁੰਦੇ ਆ ਜਿਹੜੇ ਕਿ ਉਹ ਥੋੜਾ ਹੋਰ ਸੁਧਾਰ ਸਕਦੇ ਹੈ। ਕਈ ਵਾਰ ਹੁੰਦਾ ਨਾ ਕਿ ਫੀਮੇਲ ਨਾਲ ਖੁੱਲ ਕੇ ਗੱਲਬਾਤ ਹੋ ਜਾਂਦੀ ਹੈ, ਗੱਲਬਾਤ ਕੀਤੀ ਜਾਂਦੀ ਹੈ। ਇਟ ਡਿਪੈਂਡਸ ਓਨੈਸਟਲੀ। ਮਤਲਬ ਕੁਝ ਲੋਕ ਤੁਹਾਨੂੰ ਇਹ ਵੀ ਕਹਿਣਗੇ ਕਿ ਅਸੀਂ ਇੰਨੀ ਖੁੱਲ ਕੇ ਗੱਲਬਾਤ ਨਹੀਂ ਕਰ ਪਾਉਂਦੇ। ਐਕਚੁਅਲੀ ਇਟ ਇਜ਼ ਆਲ ਅਬਾਊਟ ਯੋਰ ਕਨੈਕਸ਼ਨ। ਆਈ ਡੋਂਟ ਥਿੰਕ ਕਿ ਇੱਦਾਂ ਦੀ ਕੋਈ ਮੇਲ ਜਾਂ ਫੀਮੇਲ ਇਹਦੇ ਵਿੱਚ। ਅੰਮ੍ਰਿਤਸਰ ਦੇ ਬਾਰੇ ਕੁਝ ਕਹਿਣਾ ਹੋਵੇ ਤਾਂ ਸਿੱਧਾ ਸੀਐਮ ਸਾਹਿਬ ਨਾਲ ਗੱਲ ਹੋ ਜਾਂਦੀ ਹੈ? ਜੀ, ਮੈਂ ਤੁਹਾਨੂੰ ਦੱਸਿਆ ਹੀ ਸੀਗਾ ਜੀ, ਇਸ ਕੇਸ 'ਚ ਉਹਨਾਂ ਨੇ ਫੋਨ ਕਰਤਾ, ਆਪ ਹੀ ਉਹ ਫੋਨ ਕਰਦੇ ਹੈ। ਨਾਲੇ ਜਦੋਂ ਵੀ ਉਹ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਂਦੇ ਹੈ, ਉਹ ਇਨਸ਼ੋਰ ਕਰਦੇ ਹੈ ਕਿ ਜੋ ਡੀਸੀ ਹੈ, ਐਸਐਸਪੀ ਹੈ, ਸੀਪੀ ਹੈ, ਉਹਨਾਂ ਨਾਲ ਉਹ ਆਪਣੀ ਸਿੱਧੀ ਜਿਹੜੀ ਹੈ ਫੀਡਬੈਕ ਲੈਂਦੇ ਹੈ, ਸਾਨੂੰ ਪੁੱਛਦੇ ਹੈ। ਸੋ ਇਹ ਇੱਕ ਬਹੁਤ ਹੀ ਆਈ ਥਿੰਕ ਇੱਕ ਜੋ ਜ਼ਮੀਨੀ ਪੱਧਰ ਤੇ ਕੋਈ ਚੈਲੰਜਸ ਹੈ ਜਾਂ ਕੋਈ ਫੀਡਬੈਕ ਹੈ, ਉਹ ਆਪਾਂ ਸਿੱਧਾ ਦੇ ਪਾਉਂਦੇ ਹਾਂ ਜੀ। ਲਾਸਟ ਸਵਾਲ ਮੈਮ, ਪੰਜਾਬ ਦੇ ਯੂਥ ਨੂੰ ਸਪੈਸ਼ਲੀ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ? ਲਾਸਟ ਸਵਾਲ ਮੈਂ ਤਾਂ ਇਹ ਕਹਾਂਗੀ ਜੀ ਕਿ ਤੁਸੀਂ ਜੋ ਤੁਸੀਂ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਕਿਸੇ ਚੀਜ਼ ਤੋਂ ਤੁਹਾਨੂੰ ਉਹ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਹ ਮੈਂ ਕਰ ਪਾਵਾਂਗੀ ਜਾਂ ਨਹੀਂ। ਬਿਕੋਜ਼ ਜੇਕਰ ਸਾਡਾ ਕੋਈ ਸੁਪਨਾ ਹੋਵੇ ਨਾ ਤੇ ਉਹ ਤੁਸੀਂ ਨਾ ਕਰ ਪਾਓ ਬਿਕੋਜ਼ ਤੁਸੀਂ ਸਹਿਮ ਗਏ ਜਾਂ ਤੁਹਾਨੂੰ ਲੱਗਿਆ ਕਿ ਮੇਰੇ ਕੋਲ ਰਿਸੋਰਸਿਸ ਨਹੀਂ ਹੈ, ਤਾਂ ਉਹ ਹਮੇਸ਼ਾ ਤੁਹਾਡੇ ਲਈ ਇੱਕ ਰਿਗਰੈਟ ਦਾ ਪਾਰਟ ਰਹੇਗਾ। ਤੇ ਰਿਸੋਰਸਿਸ ਵਾਸਤੇ ਮੈਂ ਆਪ ਜੀ ਨੂੰ ਸਾਰਿਆਂ ਨੂੰ ਐਕਚੁਅਲੀ ਕਹਿੰਦੀ ਹੈ ਕਿ ਤੁਸੀਂ ਆਪਣੇ ਜ਼ਿਲ੍ਹੇ ਦੇ ਡੀਸੀ ਕੋਲ ਕਦੀ ਵੀ ਜਾ ਸਕਦੇ ਹੋ ਜਾਂ ਸਰਕਾਰ ਕੋਲ ਕਦੀ ਵੀ ਆ ਸਕਦੇ ਹੋ। ਜੋ ਵੀ ਤੁਹਾਡੇ ਸੁਪਨੇ ਹੈਗੇ ਹੈ, ਜੋ ਵੀ ਉਹਨੂੰ ਜੈਨੂਇਨਲੀ ਉਹਨੂੰ ਅਚੀਵ ਕਰਨ ਲਈ ਲੱਗਦਾ ਹੈ, ਉਹ ਹਮੇਸ਼ਾ ਤੁਹਾਨੂੰ ਇੱਕ ਸਪੋਰਟ ਤੇ ਮਾਹੌਲ ਸਰਕਾਰ ਵੱਲੋਂ ਮਿਲੇਗਾ। ਬਟ ਕਦੀ ਵੀ ਝਿਜਕੋ ਨਾ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਜਿਹੜਾ ਤੁਸੀਂ ਚਾਹੁੰਦੇ ਹੋ ਕਰਨਾ, ਐਜ਼ ਲੌਂਗ ਐਜ਼ ਤੁਹਾਨੂੰ ਉਹ ਚੀਜ਼ ਖੁਸ਼ੀ ਦੇਵੇ। ਐਂਡ ਉਹ ਇੱਕ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਤੁਸੀਂ ਕਿਸੇ ਹੋਰ ਨੂੰ ਵੀ ਉਸ ਚੀਜ਼ ਦੇ ਵਿੱਚ ਜੇ ਕੋਈ ਤੁਸੀਂ ਸੇਵਾ ਕਰ ਪਾਓ ਕਿਸੇ ਹੋਰ ਦੀ, ਉਹ ਹਮੇਸ਼ਾ ਤੁਹਾਨੂੰ ਇੱਕ ਸੈਟੀਸਫੈਕਸ਼ਨ ਦੇਊਗਾ। ਆਪਣੇ ਸਹਿਯੋਗੀ ਜਤਿੰਦਰ ਸਿੱਧੂ ਦੇ ਨਾਲ ਪੰਕਜ ਕਪਾਈ, ਪੰਜਾਬ ਫਸਟ।